ਕਰਨ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਅਸੀਸ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਮੁੱਖ ਤੌਰ ਦੇ ਉੱਤੇ ਤਿੰਨ ਗੱਲਾਂ ਇਸ ਪੌੜੀ ਦੇ ਵਿੱਚ ਕੀਤੀਆਂ ਨੇ ਔਰ ਸਾਡੀ ਧਾਰਮਿਕ ਜ਼ਿੰਦਗੀ ਦੇ ਲਈ ਇਹ ਤਿੰਨੇ ਗੱਲਾਂ ਬਹੁਤ ਅਹਿਮੀਅਤ ਰੱਖਦੀਆਂ ਨੇ। ਜੇ ਅਸੀਂ ਇਸ ਰਸਤੇ 'ਤੇ ਤੁਰਦੇ ਹਾਂ, ਜੇ ਅਸੀਂ ਵਾਕਿਆ ਹੀ ਚਾਹੁੰਦੇ ਹਾਂ ਵੀ ਧਾਰਮਿਕ ਜ਼ਿੰਦਗੀ ਦੇ ਵਿੱਚ ਤੁਰਿਆਂ ਸਾਡਾ ਕੁਝ ਬਣ ਜਾਵੇ, ਤੇ ਮਹਾਰਾਜ ਕਹਿੰਦੇ ਨੇ ਪਹਿਲੀ ਕੈਟਾਗਰੀ ਦੇ ਵਿੱਚ ਉਹ ਲੋਕ ਆਉਂਦੇ ਨੇ ਜਿਨ੍ਹਾਂ ਦੇ ਧਰਮ ਦਾ ਸ਼ੁਰੂਆਤ, ਜਿਨ੍ਹਾਂ ਦੇ ਧਰਮ ਦੀ ਅਤੇ ਜਿਨ੍ਹਾਂ ਦੇ ਧਰਮ ਦਾ ਖਾਤਮਾ ਵੀ ਸਿਰਫ ਕਰਮ ਕਾਂਡਾਂ ਤੋਂ ਹੀ ਹੋ ਜਾਂਦਾ ਹੈ। ਕਰਮ ਕਾਂਡਾਂ ਤੋਂ ਉੱਤੇ ਨਹੀਂ ਸੋਚਦੇ, ਉਹ ਤੱਤ ਤੱਕ ਨਹੀਂ ਪਹੁੰਚਦੇ, ਸਿਰਫ ਕਰਮ ਕਾਂਡਾਂ ਤੱਕ ਸੀਮਤ ਰਹਿ ਜਾਂਦੇ ਨੇ। ਅਗਲੀ ਗੱਲ, ਸਤਿਗੁਰੂ ਕਹਿੰਦੇ ਨੇ ਵੀ ਉਹਨਾਂ ਦੀ ਜ਼ਿੰਦਗੀ ਸੁੱਤਿਆਂ ਹੀ ਨਿਕਲ ਜਾਂਦੀ ਹੈ, ਜਾਂ ਇੱਦਾਂ ਸਮਝ ਲਓ ਵੀ ਉਹਨਾਂ ਨੂੰ ਸਮਝ ਹੀ ਨਹੀਂ ਹੁੰਦੀ ਕਿ ਅਸੀਂ ਕਰਨਾ ਕੀ ਹੈ, ਇੱਦਾਂ ਹੀ ਸਾਰੀ ਜ਼ਿੰਦਗੀ ਲੰਘਾ ਦਿੰਦੇ ਨੇ। ਅਤੇ ਮਹਾਰਾਜ ਅਗਲੀ ਗੱਲ ਕਰਦੇ ਨੇ ਵੀ ਇਹਨਾਂ ਦੇ ਵਿੱਚੋਂ ਕੋਈ ਵਿਰਲਾ ਬੰਦਾ ਹੈ ਜਿਹੜਾ ਜਾਗ ਜਾਂਦਾ ਹੈ, ਨਹੀਂ ਤਾਂ ਸੁੱਤਿਆਂ ਹੀ ਜ਼ਿੰਦਗੀ ਨਿਕਲ ਜਾਂਦੀ ਹੈ ਬਹੁਤਿਆਂ ਦੀ। ਇਹ ਤਿੰਨ ਗੱਲਾਂ ਮੁੱਖ ਨੇ। ਹੁਣ ਅਸੀਂ ਇਹਨਾਂ ਤਿੰਨਾਂ ਗੱਲਾਂ ਨੂੰ ਵਿਚਾਰਨਾ ਹੈ। ਫਿਰ ਇੱਕ ਵਾਰ ਮੈਂ ਬੇਨਤੀ ਕਰ ਦੇਵਾਂ ਤਾਂ ਕਿ ਉਹ ਗੱਲ ਸਮਝ ਦੇ ਵਿੱਚ ਆ ਜਾਵੇ। ਮਹਾਰਾਜ ਕਹਿੰਦੇ ਨੇ ਕਰਮ ਕਾਂਡਾਂ ਤੋਂ ਹੀ ਜ਼ਿੰਦਗੀ ਸ਼ੁਰੂ ਕਰਦੇ ਨੇ ਅਤੇ ਕਰਮ ਕਾਂਡਾਂ 'ਤੇ ਹੀ ਜ਼ਿੰਦਗੀ ਖਤਮ ਕਰ ਦਿੰਦੇ ਨੇ। ਇਹਦੇ ਤੋਂ ਅੱਗੇ ਉਹ ਸੋਚ ਨਹੀਂ ਪਾਉਂਦੇ, ਸੌਂ ਕੇ ਹੀ ਜ਼ਿੰਦਗੀ ਕੱਟ ਲੈਂਦੇ ਨੇ, ਜਾਗਦੇ ਨਹੀਂ ਨੇ। ਅਤੇ ਇਹਨਾਂ ਦੇ ਵਿੱਚੋਂ ਕੋਈ ਵਿਰਲਾ ਹੈ ਜਿਹੜਾ ਜਾਗਦਾ ਹੈ। ਇਹ ਤਿੰਨ ਗੱਲਾਂ ਨੇ ਮੁੱਖ ਤੌਰ ਦੇ ਉੱਤੇ। ਹੁਣ ਇਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਵੇਖਣ ਦੀ ਕੋਸ਼ਿਸ਼ ਕਰਨੀ ਹੈ। ਧਾਰਮਿਕ ਗ੍ਰੰਥਾਂ ਦੇ ਵਿੱਚ ਦੋ ਤਰੀਕੇ ਦੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ। ਅਜੇ ਇਹਦੇ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਾਂਗਾ ਅਜੇ, ਸਿਰਫ ਕਿਉਂਕਿ ਮਹਾਰਾਜ ਨੇ ਸਿਮਰਿਤ ਅਤੇ ਸ਼ਾਸਤਰ ਦੀ ਗੱਲ ਇੱਥੇ ਸਪੈਸ਼ਲ ਨਾਮ ਲੈ ਕੇ ਬੋਲੀ ਹੋਈ ਹੈ। ਉਹਨਾਂ ਦੇ ਵਿੱਚ ਦੋ ਗੱਲਾਂ ਨੇ। ਇੱਕ ਹਿੱਸਾ ਉਹਨਾਂ ਦਾ ਉਹ ਹੈ ਜਿਹਦੇ ਵਿੱਚ ਕਰਮ ਕਾਂਡਾਂ ਦੀ ਗੱਲ ਦੱਸੀ ਗਈ ਹੈ। ਕਰਮ ਕਾਂਡ ਦਾ ਮਤਲਬ ਹੁੰਦਾ ਹੈ ਉਹ ਕੋਈ ਰਸਮ ਜਿਹੜੀ ਅਸੀਂ ਧਾਰਮਿਕ ਸਮਝਦੇ ਹੋਏ ਨਿਭਾਉਂਦੇ ਹਾਂ। ਉਹਦਾ ਧਰਮ ਦੇ ਵਿੱਚ ਅਸਰ ਹੈ, ਫਾਇਦਾ ਹੈ, ਗੁਰਮਤ ਉਹਨਾਂ ਗੱਲਾਂ ਨੂੰ ਮੰਨਦੀ ਹੈ, ਨਹੀਂ ਮੰਨਦੀ ਹੈ, ਇਹ ਬਾਅਦ ਦੀਆਂ ਗੱਲਾਂ ਨੇ। ਪਰ ਇੱਕ ਵਾਰ ਅਸੀਂ ਸੁਣ ਲਿਆ ਕਿਸੇ ਦੇ ਕੋਲੋਂ ਵੀ ਆਹ ਕਰਮ ਕਾਂਡ ਕਰਨਾ ਚਾਹੀਦਾ ਹੈ, ਤੇ ਬੰਦੇ ਕਰਨ ਲੱਗ ਪਏ। ਔਰ ਉਹਦੇ ਹਵਾਲੇ ਕਿੱਥੋਂ ਲਏ? ਜੇ ਤੁਸੀਂ ਕਿਸੇ ਨੂੰ ਕਹਿ ਦਿੱਤਾ ਵੀ ਭਾਈ ਕੋਈ ਫਾਇਦਾ ਨਹੀਂ ਹੈ ਇਹਨਾਂ ਕਰਮਾਂ ਨੂੰ ਕਰਨ ਦਾ, ਅਤੇ ਅਗਲਾ ਤੁਹਾਡੇ ਸਾਹਮਣੇ ਇਹ ਕਹਿ ਦੇਵੇ ਵੀ ਮੈਂ ਤਾਂ ਫਲਾਣੇ ਪੰਡਿਤ ਦੇ ਕੋਲੋਂ ਇਸ ਗੱਲ ਨੂੰ ਸੁਣਿਆ, ਮੈਂ ਤਾਂ ਫਲਾਣੇ ਗ੍ਰੰਥ ਦੇ ਵਿੱਚੋਂ ਇਸ ਗੱਲ ਨੂੰ ਪੜ੍ਹਿਆ, ਉੱਥੇ ਜਸਟੀਫਾਈ ਕਰਦਾ ਪਿਆ ਆਪਣੇ ਆਪ ਨੂੰ ਵੀ ਮੈਂ ਤਾਂ ਕਰਦਾ ਪਿਆ ਹਾਂ ਕਿਉਂਕਿ ਮੈਂ ਤਾਂ ਪੜ੍ਹਿਆ ਹੈ ਅਤੇ ਮੈਂ ਸੁਣਿਆ। ਇਸ ਕਰਕੇ ਉਹਦੀ ਜ਼ਿੰਦਗੀ ਕਿੱਥੇ ਸ਼ੁਰੂ ਹੁੰਦੀ ਹੈ? ਕਰਮ ਕਾਂਡਾਂ 'ਤੇ ਸ਼ੁਰੂ ਹੋ ਕੇ ਅਤੇ ਕਰਮ ਕਾਂਡਾਂ 'ਤੇ ਹੀ ਖਤਮ ਹੋ ਗਈ। ਕਰਮ ਕਾਂਡ ਬੜੇ ਨੇ, ਅਸੀਂ ਕੁਝ ਕੁ ਦੀ ਉਦਾਹਰਨ ਲੈਂਦੇ ਹੁੰਦੇ ਹਾਂ। ਜਿਸ ਤਰੀਕੇ ਦੇ ਨਾਲ ਜੇ ਕਿਸੇ ਨੇ ਵਹਿਮ ਪਾ ਦਿੱਤਾ, ਧਰਮ ਤੋਂ ਬਾਹਰ ਦੇ ਕਰਮ ਕਾਂਡ ਬੜੇ ਹਾਵੀ ਹੋਏ ਪਏ ਨੇ। ਧਾਰਮਿਕ ਕਰਮ ਕਾਂਡ ਜਿੱਦਾਂ ਦਿਨਾਂ ਦੀ ਪਵਿੱਤਰਤਾ ਬੰਦੇ ਦੇ ਨਾਲ ਜੋੜ ਦਿੱਤੀ ਜਾਵੇ ਵੀ ਆਹ ਸੋਮਵਾਰ ਜ਼ਿਆਦਾ ਵਧੀਆ ਹੈ, ਮੰਗਲਵਾਰ ਬੁਰਾ ਹੈ, ਬੁੱਧਵਾਰ ਜ਼ਿਆਦਾ ਵਧੀਆ ਹੈ, ਵੀਰਵਾਰ ਬੁਰਾ ਹੈ। ਹੁਣ ਜਿਹੜਾ ਕਰਮ ਕਾਂਡੀ ਹੈ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਬੈਠ ਗਈ ਹੈ। ਉਹਨੂੰ ਤੁਸੀਂ ਲੱਖਾਂ ਕੋਸ਼ਿਸ਼ਾਂ ਕਰ ਲਓ, ਉਹਦੇ ਲਈ ਸੋਮਵਾਰ ਹੀ ਵਧੀਆ ਅਤੇ ਮੰਗਲਵਾਰ ਹੀ ਮਾੜਾ ਹੈ ਉਹਦੇ ਲਈ, ਕਿਉਂਕਿ ਦਿਲ ਦੇ ਵਿੱਚ ਗੱਲ ਬੈਠ ਚੁੱਕੀ ਹੈ। ਔਰ ਉਹਦੇ ਲਈ ਉਹ ਹਵਾਲੇ ਵੀ ਤੁਹਾਨੂੰ ਵੇਖੋ ਕਿੱਥੋਂ ਕਿੱਥੋਂ ਲਿਆ ਕੇ ਦੇ ਦੇਵੇਗਾ। ਇੱਦਾਂ ਹੀ ਫਿਰ ਮਹੀਨਿਆਂ ਦੇ ਵਾਰ, ਕਿਸੇ ਦੇ ਬਾਹਰ ਨਿਕਲਣ ਸੰਬੰਧੀ ਕਈ ਤਰੀਕਿਆਂ ਦੇ ਵਹਿਮ ਨੇ ਜਿਹੜੇ ਬੰਦੇ ਨੂੰ ਪਏ ਹੋਏ ਨੇ। ਪਰ ਇੱਥੇ ਮਹਾਰਾਜ ਨੇ ਗੱਲ ਕੀਤੀ ਹੈ ਪਾਪ ਅਤੇ ਪੁੰਨ ਦੀ। ਅਸੀਂ ਪੰਕਤੀ ਦੇ ਅਰਥ ਸਮਝ ਲਈਏ।
ਸਤਿਗੁਰੂ ਕਹਿੰਦੇ ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ। ਪੁੰਨ ਦਾ ਇੱਥੇ ਅਰਥ ਹੋ ਗਿਆ ਧਾਰਮਿਕ ਜ਼ਿੰਦਗੀ ਦੇ ਵਿੱਚ ਨਾ ਜਦੋਂ ਅਸੀਂ ਜੀਂਦੇ ਹਾਂ ਤੇ ਤੁਸੀਂ ਵੀ ਲਗਭਗ ਇਸੇ ਮੈਂਟੈਲਿਟੀ ਦੇ ਵਿੱਚ ਸਾਡੇ ਦੁਆਲੇ ਗਲਬਾ ਹੀ ਇਹਨਾਂ ਚੀਜ਼ਾਂ ਦਾ ਪਾਇਆ ਹੋਇਆ ਕਿ ਪੁੰਨ ਕਰਨਾ ਚਾਹੀਦਾ ਹੈ ਤੇ ਪਾਪ ਨਹੀਂ ਕਰਨਾ ਚਾਹੀਦਾ। ਇਹਦੇ ਵਿੱਚ ਗਲਤ ਵੀ ਕੁਝ ਨਹੀਂ ਹੈ, ਚੱਲਣਾ ਵੀ ਇੱਦਾਂ ਚਾਹੀਦਾ ਹੈ। ਪਰ ਇਹਨੂੰ ਧਿਆਨ ਦੇ ਨਾਲ ਸੋਚਿਓ ਕਿ ਵਾਕਿਆ ਹੀ ਅਸੀਂ ਜੋ ਕਰਦੇ ਹਾਂ, ਜੋ ਸਾਨੂੰ ਕਰਨਾ ਚਾਹੀਦਾ ਹੈ ਉਹ ਪੁੰਨ ਹੀ ਹੈ, ਅਤੇ ਵਾਕਿਆ ਹੀ ਜੋ ਅਸੀਂ ਨਹੀਂ ਕਰਦੇ, ਸਾਨੂੰ ਨਹੀਂ ਕਰਨਾ ਚਾਹੀਦਾ, ਕਿ ਉਹ ਪਾਪ ਹੀ ਹੈ ਸਾਰਾ। ਹੋ ਸਕਦਾ ਹੈ ਆਪਣੀ ਮੱਤ ਦੇ ਉੱਤੇ ਕੁਝ ਮੈਂ ਪਾਪ ਬਣਾ ਲਏ ਹੋਣ ਅਤੇ ਕੁਝ ਚੀਜ਼ਾਂ ਨੂੰ ਮੈਂ ਪੁੰਨ ਦਾ ਨਾਮ ਦੇ ਦਿੱਤਾ ਹੋਵੇ। ਮੈਂ ਕਈਆਂ ਚੀਜ਼ਾਂ ਨੂੰ ਪੁੰਨ ਬਣਾ ਲਿਆ ਹੈ, ਕਈਆਂ ਚੀਜ਼ਾਂ ਨੂੰ ਪਾਪ ਬਣਾ ਲਿਆ ਹੈ। ਇਹ ਇੱਦਾਂ ਸੌਖਾ ਸਮਝ ਦੇ ਵਿੱਚ ਆਵੇਗਾ। ਮਹਾਰਾਜ ਕਹਿੰਦੇ ਸਿਮਰਤੀਆਂ ਅਤੇ ਸ਼ਾਸਤਰਾਂ ਨੂੰ ਪੜ੍ਹਦੇ ਨੇ ਲੋਕ, ਵਿਚਾਰਦੇ ਵੀ ਨੇ, ਪਰ ਕੀ ਕਰਦੇ ਨੇ? ਪੁੰਨ ਪਾਪ ਵਿਚਾਰਦੇ। ਇਹਨਾਂ ਦੇ ਵਿੱਚੋਂ ਸਿਰਫ ਇਹ ਪੁੰਨ ਅਤੇ ਪਾਪ ਦੀਆਂ ਹੀ ਗੱਲਾਂ ਕੱਢਦੇ ਨੇ ਵੀ ਆਹ ਕਰਮ ਕਰੋਗੇ ਤਾਂ ਤੁਹਾਨੂੰ ਪੁੰਨ ਲੱਗੇਗਾ, ਆਹ ਕਰਮ ਕਰੋਗੇ ਤਾਂ ਤੁਹਾਨੂੰ ਪਾਪ ਲੱਗੇਗਾ। ਇਹਦੇ ਤੋਂ ਅੱਗੇ ਨਹੀਂ ਸੋਚਦੇ। ਜਿੱਦਾਂ ਬੰਦਾ ਸਕੂਲ ਦੇ ਵਿੱਚ ਆਵੇ ਨਾ, ਅਤੇ ਸਕੂਲ ਦੇ ਵਿੱਚ ਇਹ ਤਾਂ ਸਮਝ ਲਓ ਵੀ ਇੱਦਾਂ ਦੀ ਗੱਲ ਹੈ ਵੀ ਉਹਨੂੰ ਕੋਈ ਕਵੇ ਵੀ ਭਾਈ ਇੱਧਰ ਨੂੰ ਜਾਵੇਂਗਾ ਤਾਂ ਆਹ ਕਲਾਸ ਆ ਜਾਵੇਗੀ, ਇੱਧਰ ਨੂੰ ਜਾਵੇਂਗਾ ਤਾਂ ਆਹ ਕਲਾਸ ਆ ਜਾਵੇਗੀ, ਪੜ੍ਹਾਈ ਤਾਂ ਅੱਗੇ ਹੈ ਅਜੇ। ਪਰ ਸਤਿਗੁਰੂ ਕੀ ਕਹਿ ਰਹੇ ਨੇ? ਧਾਰਮਿਕ ਗ੍ਰੰਥਾਂ ਨੂੰ, ਸਿਮਰਤੀਆਂ ਨੂੰ, ਸ਼ਾਸਤਰਾਂ ਨੂੰ ਪੜ੍ਹਦੇ ਨੇ, ਵਿਚਾਰਦੇ ਨੇ, ਪਰ ਵਿਚਾਰ ਕੇ ਤਰੱਕੀ ਨਹੀਂ ਕਰਦੇ। ਸਿਰਫ ਪੁੰਨ ਅਤੇ ਪਾਪ ਤੱਕ ਉਹਨਾਂ ਦੀ ਦ੍ਰਿਸ਼ਟੀ ਰਹਿ ਜਾਂਦੀ ਹੈ ਵੀ ਆਹ ਕੰਮ ਕਰਨਾ ਹੈ ਅਤੇ ਆਹ ਕੰਮ ਨਹੀਂ ਕਰਨਾ। ਅਤੇ ਗੁਰੂ ਸਾਹਿਬ ਨੇ ਅੱਗੇ ਗੱਲ ਕਹੀ ਹੈ, ਤੱਤੈ ਸਾਰ ਨਾ ਜਾਣੀ। ਅਸਲ ਦੇ ਵਿੱਚ ਜਿਹੜਾ ਤੱਤ ਹੈ ਉਹਦੀ ਸਮਝ ਨਹੀਂ ਹੈ ਇਹਨਾਂ ਲੋਕਾਂ ਨੂੰ। ਤੱਤ ਕੀ ਹੈ? ਤੱਤ ਹੈ ਨਾਮ। ਨਾਮ ਵੱਲ ਕੋਈ ਜਾਣਾ ਨਹੀਂ ਚਾਹੁੰਦਾ, ਬਾਣੀ ਦੇ ਵੱਲ ਕੋਈ ਜਾਣਾ ਨਹੀਂ ਚਾਹੁੰਦਾ। ਕਰਮ ਕਾਂਡਾਂ ਦੇ ਵੱਲ ਕਿੰਨਾ ਧਿਆਨ ਹੈ ਲੋਕਾਂ ਦਾ। ਇਹਨੂੰ ਸੰਖੇਪ ਜਿਹਾ ਸਮਝ ਲਈਏ। ਮੈਂ ਗੱਲ ਕੀਤੀ ਹੈ, ਇੱਕ ਪੁੰਨ ਪਾਪ ਉਹ ਹੁੰਦੇ ਨੇ ਜਿਹੜੇ ਪੁੰਨ ਪਾਪ ਦੁਨਿਆਵੀ ਤੌਰ ਦੇ ਉੱਤੇ ਹੁੰਦੇ ਨੇ, ਜਿਹਨੂੰ ਇੱਕ ਧਰਮ ਮੰਨਦਾ, ਦੂਸਰਾ ਧਰਮ ਨਹੀਂ ਮੰਨਦਾ। ਇੱਕ ਦੇਸ਼ ਮੰਨਦਾ, ਦੂਜਾ ਦੇਸ਼ ਨਹੀਂ ਮੰਨਦਾ। ਇੱਕ ਪੁੰਨ ਪਾਪ ਉਹ ਹੁੰਦੇ ਨੇ ਜਿਹੜੇ ਤੁਹਾਡੇ ਸਰੀਰ ਦੇ ਪੱਧਰ ਦੇ ਉੱਤੇ ਹੁੰਦੇ ਨੇ। ਉਹ ਤੁਹਾਡੇ ਲਈ ਵੀ ਉਹੋ ਜਿਹੇ ਨੇ ਅਤੇ ਪੂਰੀ ਦੁਨੀਆ ਦੇ ਕਿਸੇ ਵੀ ਹਿੱਸੇ 'ਤੇ ਬੈਠੇ ਬੰਦੇ ਲਈ ਉਹ ਸਾਰੇ ਪੁੰਨ ਪਾਪ ਉਹੋ ਜਿਹੇ ਨੇ। ਪੁੰਨ ਦਾ ਮਤਲਬ ਇੱਦਾਂ ਕਰ ਲਈਏ ਵੀ ਚੰਗਾ ਕਰਮ, ਪਾਪ ਦਾ ਮਤਲਬ ਮਾੜਾ ਕਰਮ। ਜਿਹੜੇ ਕਰਮ ਮੇਰੇ ਸਰੀਰ ਤੱਕ ਸੀਮਤ ਨੇ, ਥੋੜ੍ਹਾ ਜਿਹਾ ਇਹਨੂੰ ਇੱਦਾਂ ਸਮਝਣ ਦੀ ਕੋਸ਼ਿਸ਼ ਕਰਨੀ ਕਿ ਮੈਂ ਗਲਤ ਚੀਜ਼ ਖਾ ਲਈ ਹੈ ਅਤੇ ਇੱਦਾਂ ਸਮਝ ਲਓ ਪਾਪ ਕਰ ਲਿਆ। ਹੁਣ ਉਹਦਾ ਪ੍ਰਭਾਵ ਮੇਰੇ ਸਰੀਰ ਦੇ ਉੱਤੇ ਪਵੇਗਾ, ਮੇਰੇ ਮਨ 'ਤੇ ਵੀ ਪਵੇਗਾ। ਪਰ ਇਹਦੇ ਤੋਂ ਇਲਾਵਾ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਧਰਮ ਦੇ ਵਿੱਚ ਪਾਪ ਸਮਝੀਆਂ ਜਾਂਦੀਆਂ ਨੇ, ਬਾਕੀ ਦੁਨੀਆ ਦੇ ਵਿੱਚ ਨਹੀਂ ਸਮਝੀਆਂ ਜਾਂਦੀਆਂ। ਜਿੱਦਾਂ ਕੋਈ ਕੱਲ੍ਹ ਨੂੰ ਧਰਮ ਕਹਿਣ ਲੱਗ ਪਵੇ ਜੀ ਪਿਆਜ਼ ਨਹੀਂ ਖਾਣਾ ਚਾਹੀਦਾ, ਉਹਨੇ ਕੀ ਰੂਲ ਬਣਾ ਦਿੱਤਾ ਹੈ ਵੀ ਜਿਹੜਾ ਪਿਆਜ਼ ਖਾ ਲਵੇਗਾ ਉਹ ਧਰਮੀ ਨਹੀਂ ਹੈ। ਆ ਸਾਡੇ ਦੇਸ਼ ਦੇ ਲੋਕ ਹੈਗੇ ਨੇ ਨਾ, ਉਹ 9 ਦਿਨ ਵੇਖੋ ਸੋਚਦੇ ਨੇ ਵੀ ਅਸੀਂ 9 ਦਿਨਾਂ 'ਚ ਹੀ ਧਰਮੀ ਹੋ ਜਾਣਾ। ਕੀ ਕਰਦੇ ਨੇ ਫਿਰ? ਇਹਨਾਂ ਦਿਨਾਂ 'ਚ ਪਿਆਜ਼ ਨਹੀਂ ਖਾਣਾ। ਜੇ ਬਾਕੀ ਦਿਨ ਖਾ ਸਕਦੇ ਤਾਂ ਇਹ 9 ਦਿਨ ਕੀ ਆਉਂਦੇ ਨੇ। ਪਰ ਪ੍ਰੋਬਲਮ ਹੈ ਉਹਨੂੰ ਲੱਗਦਾ ਹੈ ਕਿ ਧਰਮ ਜਿਹੜਾ ਹੈ ਉਹ ਇਸ ਚੀਜ਼ ਦੇ ਵਿੱਚ ਹੈ। ਇੱਕ ਧਰਮ ਨੇ ਕਹਿ ਦਿੱਤਾ ਵੀ ਤੁਸੀਂ ਪਿਆਜ਼ ਨਹੀਂ ਖਾਣਾ, ਦੂਜਾ ਕਹਿੰਦਾ ਬੇਫਿਕਰ ਹੋ ਕੇ ਖਾਓ, ਤੁਹਾਨੂੰ ਡਰ ਹੀ ਨਹੀਂ ਹੈ। ਹੁਣ ਬੰਦਾ ਕਿਹੜੇ ਪਾਸੇ ਜਾਵੇ? ਇਸ ਕਰਕੇ ਗੁਰਮਤਿ ਨੇ ਖਾਣ ਪੀਣ ਦੇ ਵਹਿਮ ਦੇ ਵਿੱਚੋਂ ਸਾਨੂੰ ਬਾਹਰ ਕੱਢ ਕੇ ਰੱਖ ਦਿੱਤਾ ਵੀ ਇਹ ਨਾ ਸੋਚਿਓ ਵੀ ਤੁਸੀਂ ਵੀ ਇਸ ਦਿਨ ਨਹੀਂ ਖਾਓਗੇ ਤਾਂ ਤੁਹਾਨੂੰ ਫਾਇਦਾ ਹੋਵੇਗਾ, ਅਗਲੇ ਦਿਨ ਖਾ ਲਵੋਗੇ ਅਤੇ ਫਿਰ ਫਾਇਦਾ ਹੋਵੇਗਾ। ਮਹਾਰਾਜ ਕਹਿੰਦੇ ਇਹ ਤਾਂ ਇੱਦਾਂ ਦੀਆਂ ਚੀਜ਼ਾਂ ਨੇ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਨਾ 2 ਚੀਜ਼ਾਂ ਨੇ। ਇਹ ਮੈਂ ਇਸ ਕਰਕੇ ਕਹਿ ਰਿਹਾ ਵੀ ਕਈਆਂ ਚੀਜ਼ਾਂ ਨੂੰ ਅਸੀਂ ਆਪਣੇ ਆਪ ਹੀ ਪੁੰਨ ਸਮਝ ਕੇ ਬੈਠੇ ਹੋਏ ਹਾਂ, ਪਰ ਪੁੰਨ ਹੈ ਨਹੀਂ ਹੈ ਉਹ। ਕਈਆਂ ਚੀਜ਼ਾਂ ਨੂੰ ਅਸੀਂ ਪਾਪ ਸਮਝ ਕੇ ਬੈਠੇ ਹਾਂ ਪਰ ਪਾਪ ਹੈ ਨਹੀਂ ਹੈ। ਪਰ ਅਸੀਂ ਕਰ ਇੰਨੀ ਦ੍ਰਿੜਤਾ ਦੇ ਨਾਲ ਰਹੇ ਹਾਂ, ਸਾਡੇ ਕੋਲੋਂ ਹੋਈ ਵੀ ਗਲਤ ਜਾ ਰਿਹਾ ਹੈ, ਪਰ ਸਾਨੂੰ ਲੱਗਦਾ ਵੀ ਅਸੀਂ ਤਾਂ ਸਹੀ ਹਾਂ। ਜਿਹਨੂੰ ਬਚਪਨ ਦੇ ਵਿੱਚੋਂ ਸਿੱਖਿਆ ਮਿਲ ਗਈ ਵੀ ਭਾਈ ਤੂੰ ਪਿਆਜ਼ ਨਹੀਂ ਖਾਣਾ, ਲਸਣ ਨਹੀਂ ਖਾਣਾ, ਅਤੇ ਉਹ ਉਹਨੂੰ ਹੀ ਧਰਮ ਸਮਝੀ ਜਾਂਦਾ ਵੀ ਮੈਂ ਲਸਣ ਨਹੀਂ ਖਾਧਾ ਅਤੇ ਮੈਂ ਪਤਾ ਨਹੀਂ ਕਿੱਡਾ ਕੁ ਧਾਰਮਿਕ ਹੋ ਗਿਆ। ਅਤੇ ਉਹਨੂੰ ਇਹ ਪਤਾ ਨਹੀਂ ਵੀ ਦਵਾਈਆਂ ਦੇ ਵਿੱਚ ਕਿੰਨੀਆਂ ਦਵਾਈਆਂ ਦੇ ਵਿੱਚੋਂ ਪਿਆਜ਼ ਪੈ ਕੇ ਆ ਜਾਂਦਾ, ਕਿੰਨੀਆਂ ਦਵਾਈਆਂ ਖਾ ਲੈਂਦਾ ਪਿਆਜ਼ ਵਾਲੀਆਂ ਜਿਹਦੇ ਵਿੱਚ ਉਹ ਸਾਲਟ ਹੈ, ਉਹਦਾ ਟੇਸਟ ਹੈ ਉਹਦਾ। ਪਰ ਉਹਨੂੰ ਲੱਗਦਾ ਵੀ ਮੈਂ ਇੱਦਾਂ ਸਾਹਮਣੇ ਨਹੀਂ ਖਾਧਾ ਅਤੇ ਇਸ ਕਰਕੇ ਮੈਂ ਧਾਰਮਿਕ ਹਾਂ। ਸੌਖਾ ਪਾਸਾ ਹੈ, ਗੁਰਬਾਣੀ ਦਾ ਇੱਕ ਨਿਰਣਾ ਹੈ।
ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਉਹ ਵੀ ਧਰਮ ਵਾਲੇ ਲੋਕ ਸੀ ਜਿਹੜੇ ਕਹਿੰਦੇ ਸੀ ਵੀ ਤੁਹਾਨੂੰ ਜ਼ਿੰਦਗੀ 'ਚ ਇੱਕ ਵਾਰ 8 ਤੀਰਥਾਂ 'ਤੇ ਨਹਾਉਣਾ ਚਾਹੀਦਾ, ਹਿੰਦੂ ਮਤ ਵਾਲੇ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਜੈਨੀ ਵੀ ਸੀ ਜਿਹੜੇ ਨਹਾਉਂਦੇ ਹੀ ਨਹੀਂ ਸੀ। ਉਹ ਇੱਦਾਂ ਸੀ, ਉਹ ਕਹਿੰਦੇ ਨੇ ਵੀ ਨਹੀਂ, ਸਰੀਰ ਦੇ ਕਿਰਮ ਮਰ ਜਾਂਦੇ ਨੇ। ਇਹੋ ਜਿਹੇ ਲੋਕ ਵੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਸੀ। ਹੁਣ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਮੈਂ ਤੁਹਾਡੇ ਦੋਵਾਂ 'ਚੋਂ ਕਿਹਦੇ ਨਾਲ ਹਾਂ। ਵੀ ਗੁਰੂ ਨਾਨਕ ਸਾਹਿਬ ਨੇ ਨਿਰਣਾ ਦੇ ਦਿੱਤਾ ਵੀ ਆਹ ਜਿਹੜਾ ਇਸ਼ਨਾਨ ਕਰਦਾ ਹੈ ਇਹ ਜ਼ਿਆਦਾ ਧਾਰਮਿਕ ਹੈ, ਵੀ ਜਿਹੜਾ ਇਸ਼ਨਾਨ ਨਹੀਂ ਕਰਦਾ ਇਹ ਜ਼ਿਆਦਾ ਧਾਰਮਿਕ ਹੈ। ਸਤਿਗੁਰੂ ਕਹਿੰਦੇ ਨਹੀਂ, ਧਾਰਮਿਕਤਾ ਦਾ ਇਹਦੇ ਨਾਲ ਮਤਲਬ ਹੀ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਇਸ਼ਨਾਨ ਕਰੋ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੁਸੀਂ ਗੁਰਬਾਣੀ ਦੀਆਂ ਕਿੰਨੀਆਂ ਪੰਕਤੀਆਂ ਪੜ੍ਹਦੇ ਜੇ, ਪਰ ਮਹਾਰਾਜ ਨੇ ਕਿੰਨੀਆਂ ਥਾਵਾਂ ਦੇ ਉੱਤੇ ਇਹ ਗੱਲ ਨਾਲ ਹੀ ਕਹਿ ਦਿੱਤੀ ਹੈ ਵੀ ਇਸ਼ਨਾਨ ਨੂੰ ਇਹਨਾਂ ਮੰਜ਼ਿਲ ਸਮਝ ਲਓ ਕਿ ਤੁਸੀਂ ਇਸ਼ਨਾਨ ਕਰ ਲਿਆ ਤਾਂ ਬੜਾ ਵੱਡਾ ਪੁੰਨ ਕਰ ਲਿਆ ਦੁਨੀਆ ਦੇ ਉੱਤੇ, ਕੁਝ ਵੱਧ ਨਹੀਂ ਕੀਤਾ ਹੈ। ਪਰ ਆਮ ਲੋਕਾਂ ਦੀ ਇੱਕ ਮਾਨਸਿਕਤਾ ਬਣੀ ਹੋਈ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਉਹ ਗੱਲ ਕਰਦੇ ਪਏ ਨੇ ਕਿ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਤੇ ਉਹਦੇ ਵਿੱਚੋਂ ਸਿੱਖਦੇ ਕੀ ਨੇ? ਕਰਮਕਾਂਡ ਕਰਨੇ ਸਿੱਖਦੇ ਨੇ। ਅਸੀਂ ਵੀ ਇਹਨੂੰ ਆਪਣੇ ਦੇ ਵਿੱਚ ਵਿਚਾਰ ਲਈਏ। ਜਿੱਦਾਂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਰਖਾਇਆ ਹੋਵੇ, ਅਤੇ ਇਹ ਤਾਂ ਲਗਭਗ ਪਿਛਲੇ ਦਿਨਾਂ ਤੋਂ ਹੀ ਗੱਲ ਚੱਲਦੀ ਆ ਰਹੀ ਹੈ ਵੀ ਸੁਣਦਾ ਭਾਵੇਂ ਕੋਈ ਨਾ ਸੁਣੇ, ਉਸ ਮਤਲਬ ਦੇ ਉਹਦੇ ਨਾਲ ਕੋਈ ਬਹੁਤਾ ਮਤਲਬ ਨਹੀਂ ਹੈ। ਧੂਫ ਨਹੀਂ ਬੁਝਣੀ ਚਾਹੀਦੀ, ਉਹ ਨਾ ਬੁੱਝ ਜਾਵੇ ਕਿਤੇ। ਉਹ ਫਿਰ ਕਈ ਤਾਂ ਇੱਦਾਂ ਦੇ ਵੀ ਹੁੰਦੇ ਵੀ 3 ਇਕੱਠੀ ਮੈਂ ਤਾਂ ਖਾ ਜਾਂਦੇ ਵੀ ਵਾਰ-ਵਾਰ ਕਿਹੜਾ ਆਉਂਦਾ ਰਹੇ ਅੰਦਰ। ਇੱਕ ਪ੍ਰੋਬਲਮ ਹੈ ਸਾਡੀ, ਅਸੀਂ ਕਰਮ ਕਾਂਡਾਂ ਨੂੰ ਇੰਨੀ ਅਹਿਮੀਅਤ ਦਿੰਦੇ ਹਾਂ ਅਤੇ ਤੱਤ ਗਵਾਚ ਜਾਂਦਾ ਸਾਡੇ ਵਿੱਚੋਂ। ਅਸਲੀ ਤੱਤ ਤੇ ਨਾਮ ਹੈ ਨਾ, ਅਸਲੀ ਤੱਤ ਤੇ ਬਾਣੀ ਹੈ। ਪਰ ਗੁਰੂ ਸਾਹਿਬ ਕਹਿੰਦੇ ਉੱਧਰ ਨਹੀਂ ਕੋਈ ਜਾ ਰਿਹਾ। ਜਾ ਕਿੱਧਰ ਰਹੇ ਨੇ? ਕਰਮ ਕਾਂਡਾਂ ਦੀ ਅਹਿਮੀਅਤ ਬੜੀ ਵੱਡੀ ਹੈ। ਮੈਂ ਵਾਰ-ਵਾਰ ਇਸ ਗੱਲ ਨੂੰ ਕਹਿਣਾ ਹੁੰਦਾ ਵੀ ਤੀਰਥ ਇਸ਼ਨਾਨਾਂ ਦਾ ਕਿੱਡਾ ਲੋਕਾਂ ਨੂੰ ਵਹਿਮ ਪਿਆ ਹੋਇਆ ਹੈ। ਪਰ ਤੀਰਥ ਇਸ਼ਨਾਨ ਸ਼ੁਰੂ ਕਿੱਥੋਂ ਹੁੰਦੇ ਨੇ? ਵੀ ਸਾਧੂ ਬੈਠਾ ਹੈ ਅਤੇ ਸਾਧੂ ਦੀ ਸੰਗਤ ਕਰੋ। ਉਹ ਸਾਧੂ ਤੱਕ ਤਾਂ ਕੋਈ ਪਹੁੰਚਦਾ ਨਹੀਂ, ਦੁਨੀਆ ਆਪਣਾ ਹੀ ਜ਼ੋਰ ਲਾ ਕੇ ਮੁੜ ਆਉਂਦੀ ਹੈ, ਆਪਣੀਆਂ ਪਲੇਟਾਂ ਲਾ ਕੇ ਮੁੜ ਜਾਂਦੇ ਨੇ ਲੋਕ। ਗੁਰੂ ਸਾਹਿਬ ਵੇਖੋ ਦੁਹਰਾ ਰਹੇ ਨੇ, ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ। ਇਹਦਾ ਮਤਲਬ ਇਹ ਨਾ ਸਮਝ ਲੈਣਾ ਵੀ ਪੁੰਨ ਪਾਪ ਕੋਈ ਚੀਜ਼ ਨਹੀਂ ਹੈ। ਹਜ਼ੂਰ ਕਹਿੰਦੇ ਨੇ ਪੁੰਨੀ ਪਾਪੀ ਆਖਣ ਨਾ ਹੈ। ਐਵੇਂ ਕਹਿਣ ਦੀਆਂ ਗੱਲਾਂ ਨਹੀਂ ਨੇ। ਜੇ ਪੁੰਨ ਕਰਾਂਗੇ ਤਾਂ ਉਹਦਾ ਫਲ ਵੀ ਪੁੰਨ ਮਿਲੇਗਾ, ਜੇ ਪਾਪ ਕਰਾਂਗੇ ਤਾਂ ਫਲ ਵੀ ਪਾਪ ਮਿਲੇਗਾ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਇਹਨੂੰ ਮੰਜ਼ਿਲ ਸਮਝ ਲਈਏ। ਜਿੱਦਾਂ ਸਾਡੇ ਲੋਕਾਂ ਦੀ ਮੈਂਟੈਲਿਟੀ ਇਹ ਹੈ, ਤੁਸੀਂ ਪੁੰਨ ਕਰੋਗੇ ਤੁਹਾਨੂੰ ਸਵਰਗ, ਅਤੇ ਤੁਸੀਂ ਪਾਪ ਕਰੋਗੇ ਤਾਂ ਤੁਹਾਨੂੰ ਨਰਕ। ਇਹ ਤੋਂ ਉੱਤੇ ਨਹੀਂ ਚੱਲੇ ਉਹ ਲੋਕ। ਹੁਣ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਤੱਤ ਦੀ। ਤੱਤ ਨੂੰ ਸਮਝ ਲਈਏ। ਇਹ 3 ਵਾਰ ਇੱਥੇ ਸ਼ਬਦ ਵਰਤਿਆ ਗਿਆ ਹੈ, ਤਤੈ ਸਾਰ ਨਾ ਜਾਣੀ। ਗੁਰੂ ਸਾਹਿਬ ਕਹਿੰਦੇ ਵੀ ਕਰਮਕਾਂਡੀਆਂ ਦੀ ਹਾਲਤ ਨਾ ਇੱਦਾਂ ਦੀ ਹੋ ਜਾਂਦੀ ਹੈ। ਮੈਂ ਵਾਰ-ਵਾਰ ਇਸ ਗੱਲ ਨੂੰ ਕਹਿਣਾ ਹੁੰਦਾ ਹਾਂ, ਗੁਰਮਤ ਦੇ ਵਿੱਚ ਸੇਵਾ ਦਾ ਵਿਧਾਨ ਹੈ। ਸੇਵਾ ਜ਼ਰੂਰੀ ਹੈ। ਹੱਥੀਂ ਸੇਵਾ ਜਿੰਨੀ ਕੀਤੀ ਜਾਵੇ ਓਨੀ ਥੋੜ੍ਹੀ ਹੈ। ਨਮਸਕਾਰ ਹੈ ਉਹਨਾਂ ਬੰਦਿਆਂ ਨੂੰ ਜਿਹੜੇ ਸੇਵਾ ਕਰਦੇ ਨੇ। ਪਰ ਮਤਾਂ ਕਿਤੇ ਸੋਚਿਓ ਵੀ ਫਲਾਣਾ ਦਿਨ ਆ ਗਿਆ ਅਤੇ ਮਹਾਰਾਜ ਨੂੰ ਧਾਗੇ ਬੰਨ੍ਹ ਜਾਣੇ ਨੇ, ਫਲਾਣਾ ਦਿਨ ਆ ਗਿਆ ਅਤੇ ਨਿਸ਼ਾਨ ਸਾਹਿਬ ਦੇ ਉੱਤੇ ਕੁਝ ਚੀਜ਼ਾਂ ਚੜ੍ਹਾ ਕੇ ਚਲੀਆਂ ਜਾਣੀਆਂ ਨੇ, ਫਲਾਣਾ ਦਿਨ ਆ ਗਿਆ ਅਤੇ ਜੋ ਕੰਮ ਅਸੀਂ ਬਾਹਰ ਕਿਤੇ ਚੌਕਾਂ 'ਚ ਕਰਦੇ ਫਿਰਦੇ ਹੋ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਆ ਕੇ ਕਰ ਲਿਆ। ਉਹ ਦੂਜੀਆਂ ਚੀਜ਼ਾਂ ਨੂੰ ਵੇਖ ਕੇ ਵਰਤ ਖੋਲ੍ਹਦੇ ਨੇ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਖ ਕੇ ਵਰਤ ਖੋਲ੍ਹ ਲਿਆ ਅਤੇ ਬੜੇ ਕਮਾਲ ਦੀ ਗੱਲ ਹੋ ਗਈ ਹੈ ਵੀ ਅਸੀਂ ਸੋਚਿਆ ਅਸੀਂ ਧਾਰਮਿਕ ਹੋ ਗਏ ਹਾਂ। ਸਤਿਗੁਰੂ ਕਹਿੰਦੇ ਤੱਤ ਤੇ ਗਵਾਚ ਹੀ ਗਿਆ ਨਾ। ਅਸਲੀਅਤ ਕਿੱਥੇ ਚਲੀ ਗਈ? ਤੱਤ ਦਾ ਮਤਲਬ ਕੀ ਹੈ? ਜਿਹੜੀ ਮੁੱਖ ਗੱਲ ਸੀ, ਮੇਨ ਗੱਲ ਸੀ। ਅਸੀਂ ਇੰਨਾ ਚਿਰ ਕਿਸੇ ਦੇ ਲਾਗੇ ਬੈਠੇ ਰਹੀਏ। ਸਕੂਲ ਦੇ ਵਿੱਚ ਬੱਚੇ ਨੂੰ ਜਿੱਦਣ ਪੜ੍ਹਾਉਣਾ ਹੈ ਕਿਤਾਬਾਂ ਵੀ ਨਵੀਆਂ ਲੈ ਦਿੱਤੀਆਂ ਨੇ, ਉਹਨੂੰ ਵਰਦੀ ਵੀ ਨਵੀਂ ਲੈ ਦਿੱਤੀ ਹੈ, ਉਹਦੇ ਸਕੂਲ ਆਉਣ ਜਾਣ ਦੇ ਲਈ ਗੱਡੀ ਦਾ ਵੀ ਪ੍ਰਬੰਧ ਕਰ ਦਿੱਤਾ ਹੈ। ਮਾਂ ਪਿਓ ਉਹਦੇ ਤੋਂ ਰੋਜ਼ ਪਹਿਲਾਂ ਉੱਠਦੇ ਪਏ ਨੇ ਵੀ ਇਹਨੂੰ ਸਕੂਲ ਭੇਜਣਾ ਟਾਈਮ ਦੇ ਨਾਲ। ਕਿਉਂ ਹੋ ਰਿਹਾ ਸਾਰਾ ਕੁਝ? ਸਾਰਾ ਇਸ ਕਰਕੇ ਵੀ ਪੜ੍ਹ ਜਾਵੇ। ਇਹ ਥੋੜ੍ਹਾ ਵੀ ਸਾਲ ਬਾਅਦ ਬੱਚਾ ਇਹ ਵਿਖਾਵੇਗਾ ਵੀ ਵੇਖੋ ਮੈਂ ਕਿੱਡੀ ਵਧੀਆ ਵਰਦੀ ਪਾਈ ਹੋਈ ਹੈ। ਮੇਨ ਗੱਲ ਤਾਂ ਤੱਤ ਦੀ ਹੈ ਵੀ ਉਹਨੇ ਪੜ੍ਹਾਈ ਨੂੰ ਸਿੱਖਣਾ ਹੈ। ਧਾਰਮਿਕ ਦੁਨੀਆ 'ਚ ਪੜ੍ਹਾਈ ਕੋਈ ਸਿੱਖਦਾ ਨਹੀਂ ਹੈ, ਕਰਮਕਾਂਡ ਸਾਰੇ ਸਿੱਖ ਲੈਂਦੇ ਨੇ ਕਰਨੇ। ਔਰ ਕਰਮਕਾਂਡਾਂ 'ਚ ਤਾਂ ਇੱਦਾਂ ਅੱਗੇ ਗਏ ਹੁੰਦੇ ਨੇ, ਹਰ ਇੱਕ ਨੂੰ ਲੱਗਦਾ ਵੀ ਕੋਈ ਮੇਰੇ ਤੋਂ ਪਿੱਛੇ ਨਾ ਰਹਿ ਜਾਵੇ। 40 ਦਿਨਾਂ ਦਾ ਵਹਿਮ, 20 ਦਿਨਾਂ ਦਾ ਵਹਿਮ, 60 ਦਿਨਾਂ ਦਾ ਵਹਿਮ। ਕਰਮਕਾਂਡਾਂ ਦੇ ਵਿੱਚ ਤਾਂ ਲੋਕ ਇੱਦਾਂ ਭੱਜਦੇ ਨੇ ਵੀ ਸਾਡੇ ਤੋਂ ਕੋਈ ਪਿੱਛੇ ਜਿਹੜਾ ਹੈ ਉਹ ਸਾਰੇ ਪਿੱਛੇ ਹੋਣ, ਮੈਂ ਸਭ ਤੋਂ ਅੱਗੇ ਦਾ ਕਰਮਕਾਂਡੀ ਹੋਵਾਂ। ਔਰ ਜਿੰਨਾ ਜਿੰਨਾ ਹੋਵੇ। ਇਹਨੂੰ ਮੈਂ ਇੱਕ ਬਚਨ ਫਿਰ ਗੁਰੂ ਸਾਹਿਬ ਜੀ ਦਾ ਆਪ ਜੀ ਦੇ ਅੱਗੇ ਰੱਖ ਦੇਵਾਂ, ਬਾਬਾ ਕਬੀਰ ਸਾਹਿਬ ਜੀ ਦਾ। ਸਤਿਗੁਰੂ ਕਹਿੰਦੇ ਤਤੈ ਸਾਰ ਨਾ ਜਾਣੀ। ਬਾਬਾ ਕਬੀਰ ਕਹਿੰਦੇ ਨੇ, ਕਬੀਰ ਮਾਇਆ ਡੋਲਣੀ ਪਵਨ ਝਕੋਲਨ ਹਾਰ,
ਸੰਤੋਂ ਮੱਖਣ ਖਾਇਆ ਛਾਛ ਪੀਐ ਸੰਸਾਰ। ਜੇ ਸਾਡੇ ਘਰਾਂ ਦੇ ਵਿੱਚ ਇਹ ਗੱਲ ਤਾਂ ਅਸੀਂ ਵੇਖੀ ਹੋਵੇਗੀ, ਜਦੋਂ ਦੁੱਧ ਨੂੰ ਰਿੜਕਦੇ ਨੇ ਅਤੇ ਮੱਖਣ ਨਿਕਲਦਾ ਹੈ, ਦਹੀਂ ਰਿੜਕਦੇ ਨੇ। ਅਤੇ ਇਹ ਵੀ ਮੈਂ ਸੋਚਦਾ ਪਿਆ ਸੀ, ਵੈਸੇ ਜਦੋਂ ਹੁਣ ਗਾਂਹ ਸਾਡੇ ਹਾਲਾਤ ਇੱਦਾਂ ਦੇ ਹੋਣ ਲੱਗ ਪਏ ਨੇ ਵੀ ਸਾਡਾ ਸਾਰਾ ਕੁਝ ਹੀ ਬਾਜ਼ਾਰੋਂ ਆਉਂਦਾ, ਅਤੇ ਇਹੋ ਜਿਹੀਆਂ ਉਦਾਹਰਨਾਂ ਫਿਰ ਅਸੀਂ ਜਦੋਂ ਪੜ੍ਹਿਆ ਕਰਾਂਗੇ ਸਾਨੂੰ ਉਹ ਵੀ ਗੂਗਲ ਤੋਂ ਸਰਚ ਕਰਨੀਆਂ ਪਿਆ ਕਰਨਗੀਆਂ ਵੀ ਮੱਖਣ ਕਿੱਦਾਂ ਨਿਕਲਦਾ, ਸਾਨੂੰ ਉਹ ਵੀ ਗੂਗਲ ਹੀ ਦੱਸਿਆ ਕਰੇਗਾ। ਹਾਲਾਂਕਿ ਇਹ ਅਜੇ ਤਾਂ ਸਾਡੇ ਘਰਾਂ 'ਚ ਹੁੰਦੀਆਂ ਨੇ, ਹੋਰ 10-20 ਸਾਲਾਂ ਨੂੰ ਬਾਅਦ 'ਚ ਬਹੁਤੀਆਂ ਬੀਬੀਆਂ ਨੂੰ, ਨਮਸਕਾਰ ਮੇਰੀਆਂ ਮਾਵਾਂ ਭੈਣਾਂ ਨੇ, ਪਰ ਮੈਂ ਗੱਲ ਕਰ ਦੇਵਾਂ, ਉਹਨਾਂ ਨੂੰ ਚੇਤਾ ਹੀ ਭੁੱਲ ਜਾਏਗਾ ਕਿ ਮੱਖਣ ਕਿੱਦਾਂ ਬਣਾਈਦਾ। ਉਹਦੇ ਲਈ ਫਿਰ ਸਪੈਸ਼ਲ ਕੋਰਸ ਚੱਲਣੇ ਸ਼ੁਰੂ ਹੋ ਜਾਣਗੇ, ਅਜੇ ਕਿ ਸਾਰਿਆਂ ਨੂੰ ਆਉਂਦੇ ਨੇ। ਫਿਰ ਉਹ ਕੋਰਸ ਸਿੱਖਣ ਦੇ ਲਈ ਪੈਸੇ ਲਾਇਆ ਕਰਨਗੇ, ਆਪਣੇ ਬੜੇ ਕਮਾਲ ਦਾ ਕੋਰਸ ਸਿੱਖ ਕੇ ਆਈ ਹੈ ਸਾਡੀ ਬੀਬੀ, ਇਹਨੂੰ ਮੱਖਣ ਕੱਢਣਾ ਆਉਂਦਾ। ਇਹ ਕਮਾਲ ਦੀ ਗੱਲ ਹੈ ਨਾ, ਉਹ ਸਾਰੀਆਂ ਅਨਪੜ੍ਹ ਬੀਬੀਆਂ ਨੂੰ ਵੀ ਆਉਂਦਾ ਹੈ। ਇਹ ਇੱਕ ਪਾਸਾ ਹੈ, ਚਲੋ, ਕਿਉਂਕਿ ਸਾਡੇ ਘਰਾਂ ਦੇ ਵਿੱਚ ਇਹ ਜਾਂਚ ਹੋਣੀ ਚਾਹੀਦੀ ਹੈ। ਸਾਡੀਆਂ ਉਦਾਹਰਨਾਂ ਵੀ ਇਹਦੇ ਵਿੱਚੋਂ ਨੇ, ਸਾਡੇ ਜੀਵਨ ਦੀਆਂ ਉਦਾਹਰਨਾਂ ਇਹਦੇ ਵਿੱਚੋਂ ਨੇ। ਬਾਬਾ ਕਬੀਰ ਕਹਿੰਦੇ ਵੀ ਇੱਦਾਂ ਕਰਦੀ ਹੈ ਦੁਨੀਆ। ਦਹੀਂ ਰਿੜਕਣਾ ਸ਼ੁਰੂ ਕੀਤਾ ਅਤੇ ਉਹਦੇ ਵਿੱਚੋਂ ਨਾ ਜਿਹੜਾ ਮੱਖਣ ਸੀ ਨਾ, ਉਹ ਘਰ ਦੀ ਇੱਕ ਸਿਆਣੀ ਬੀਬੀ ਸੀ, ਪਿੰਡਾਂ ਦੇ ਵਿੱਚ ਤਾਂ ਅਜੇ ਵੀ ਇੱਦਾਂ ਹੀ ਹੁੰਦਾ। ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਦੁੱਧ ਰਿੜਕਿਆ ਜਾਂਦਾ ਨਾ, ਤਾਂ ਉਹਨਾਂ ਦੇ ਕੋਲ ਕਾਫੀ ਖੁੱਲ੍ਹਾ ਦੁੱਧ ਹੁੰਦਾ। ਉਹ ਜਦੋਂ ਰਿੜਕਦੇ ਨੇ ਅਤੇ ਮੱਖਣ ਬਾਹਰ ਕੱਢ ਲੈਂਦੇ ਅਤੇ ਪਿੱਛੇ ਬਚ ਜਾਂਦੀ ਹੈ ਲੱਸੀ। ਹੁਣ ਲੱਸੀ ਜਿਹੜੇ ਨੇ ਉਹ ਕਈ ਲੋਕ, ਕਈ ਘਰਾਂ ਵਾਲੇ ਲੈਣ ਆ ਜਾਂਦੇ ਨੇ ਵੀ ਚਲੋ ਤੁਹਾਡੇ ਘਰ ਜ਼ਿਆਦਾ ਹੈ ਅਤੇ ਸਾਨੂੰ ਪੀਣ ਲਈ ਚਾਹੀਦੀ ਹੈ, ਇੱਦਾਂ ਲੋਕ ਲੈ ਜਾਂਦੇ ਨੇ। ਹੁਣ ਇਹਦਾ ਮਤਲਬ ਹੈ ਕਿ ਦਹੀਂ ਨੂੰ ਇਸ ਕਰਕੇ ਰਿੜਕਿਆ ਗਿਆ ਸੀ ਵੀ ਲੱਸੀ ਲੈ ਜਾਈਏ, ਦੁੱਧ ਲੈ ਜਾਈਏ, ਜਿਹੜਾ ਮਾਫ਼ ਕਰਨਾ ਮੱਖਣ ਲੈ ਜਾਈਏ। ਮੱਖਣ ਤੱਤ ਹੈ, ਉਹ ਦੁੱਧ ਇਸ ਕਰਕੇ ਰਿੜਕਿਆ ਵੀ ਮੱਖਣ ਸਾਨੂੰ ਮਿਲ ਜਾਵੇ। ਅਸੀਂ ਇਸ ਕਰਕੇ ਤਾਂ ਨਹੀਂ ਸੀ ਰਿੜਕਿਆ ਵੀ ਸਾਨੂੰ ਲੱਸੀ ਮਿਲ ਜਾਵੇ, ਅਸੀਂ ਇਸ ਕਰਕੇ ਰਿੜਕਿਆ ਵੀ ਸਾਨੂੰ ਮੱਖਣ ਮਿਲ ਜਾਵੇ। ਤੱਤ ਹੈ ਮੱਖਣ ਲੈਣਾ। ਹੁਣ ਬਾਬਾ ਕਬੀਰ ਕਹਿੰਦੇ ਜਿਹੜੇ ਸੰਤ ਨੇ ਨਾ, ਉਹ ਸਮਝ ਲਓ ਵੀ ਤੱਤ ਲੈ ਜਾਂਦੇ ਨੇ ਜ਼ਿੰਦਗੀ ਦੇ ਵਿੱਚ। ਉਹ ਸਮਝ ਜਾਂਦੇ ਨੇ ਵੀ ਅਸੀਂ ਪੁੰਨਾ ਪਾਪਾਂ ਵਾਲੇ ਪਾਸੇ ਨਹੀਂ ਜਾਣਾ, ਅਸੀਂ ਕਰਮ ਕਾਂਡਾਂ ਵਾਲੇ ਪਾਸੇ ਨਹੀਂ ਜਾਣਾ, ਅਸੀਂ ਨਾਮ ਵਾਲੇ ਪਾਸੇ ਜਾਣਾ ਹੈ। ਅਸੀਂ ਨਾਮ ਨੂੰ ਜਪਣਾ ਹੈ, ਨਾਮ ਨੂੰ ਪੜ੍ਹਨਾ ਹੈ, ਨਾਮ ਨੂੰ ਸਮਝਣਾ ਹੈ, ਅਸੀਂ ਬਾਣੀ ਵਾਲੇ ਪਾਸੇ ਜਾਣਾ। ਪਰ ਕਹਿੰਦੇ ਕੀ ਹੁੰਦਾ ਹੈ, ਛਾਛ ਪੀਐ ਸੰਸਾਰ। ਸੰਸਾਰ ਦੀ ਜਿਹੜੀ ਸੁਰਤੀ ਹੈ ਨਾ, ਉਹ ਲੱਸੀ ਤੱਕ ਹੀ ਰਹਿ ਜਾਂਦੀ ਹੈ। ਉਹਨਾਂ ਨੂੰ ਮੱਖਣ ਸਮਝ ਨਹੀਂ ਆਉਂਦਾ, ਉਹਨਾਂ ਨੂੰ ਉਸ ਤੱਤ ਦਾ ਨਹੀਂ ਪਤਾ। ਉਹ ਲੱਸੀ ਦੇ ਵਿੱਚ ਹੀ ਖੁਸ਼ ਨੇ ਵੀ ਬਸ ਲੱਸੀ ਪੀ ਲਈ ਹੈ। ਸਤਿਗੁਰੂ ਕਹਿੰਦੇ ਤੱਤੈ ਸਾਰ ਨਾ ਜਾਣੀ। ਇੱਦਾਂ ਸਮਝ ਲਓ ਵੀ ਤੱਤ ਦੀ ਸਮਝ ਹੀ ਨਹੀਂ ਉਹਨਾਂ ਨੂੰ। ਇੱਕ ਪਾਸਾ ਹੈ, ਮੈਂ ਫਿਰ ਦੁਹਰਾ ਰਿਹਾ ਹਾਂ, ਮਹਾਰਾਜ ਕਹਿੰਦੇ ਧਾਰਮਿਕ ਕਰਮ ਕਰਦੇ ਨੇ, ਗ੍ਰੰਥ ਪੜ੍ਹਦੇ ਨੇ, ਪਰ ਪੜ੍ਹਦੇ ਪਤਾ ਕਾਹਦੇ ਲਈ ਨੇ? ਸਿਰਫ ਕਰਮ ਕਾਂਡ ਸਿੱਖਣ ਦੇ ਲਈ ਅਤੇ ਕਰਮ ਕਾਂਡ ਦ੍ਰਿੜ ਕਰਨ ਦੇ ਲਈ ਵੀ ਆਹ ਕਰਮ ਕਾਂਡ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਹੀ ਕਰਨਾ ਹੈ, ਆਹ ਪਾਠ ਇੰਨੀ ਤਰੀਕ ਨੂੰ ਹੀ ਅਸੀਂ ਕਰਨਾ ਹੈ, ਆਹ ਜਿਹੜਾ ਕਰਮ ਹੈ ਉਹ ਇੱਧਰ ਨੂੰ ਮੂੰਹ ਰੱਖ ਕੇ ਹੀ ਕਰਨਾ ਹੈ। ਸਤਿਗੁਰੂ ਕਹਿੰਦੇ ਇਹੋ ਜਿਹੇ ਬੰਦਿਆਂ ਦੀ ਕਿਤੇ ਗਿਣਤੀ ਥੋੜ੍ਹੀ ਆ। ਤੁਸੀਂ ਵੇਖੋ, ਥੋੜ੍ਹੇ ਨੇ ਕਿਤੇ ਤੁਹਾਡੇ ਲਾਗੇ ਜਿਨ੍ਹਾਂ ਦਾ ਕੰਮ ਸਿਰਫ ਇਹ ਵੀ ਕਰਮ ਕਾਂਡਾਂ ਦਾ। ਸਾਡੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਬੜੇ ਆ ਜਾਂਦੇ ਨੇ, ਬਾਬਾ ਜੀ ਪਾਠ ਦੀ ਸਮਾਪਤੀ ਜਿਹੜੀ ਆ ਨਾ, ਉਹ ਤੁਸੀਂ ਇੰਨੇ ਟਾਈਮ ਦੇ ਉੱਤੇ ਕਰਨੀ ਹੈ, ਜਿੱਦਾਂ ਸਮਝ ਲਓ ਵੀ 11:45 ਨਹੀਂ ਕਰਨੀ, 12 ਵਜੇ ਕਰਨੀ ਹੈ। ਏਡੇ ਏਡੇ ਵਹਿਮੀ ਲੋਕ ਗੁਰਦੁਆਰਿਆਂ ਦੇ ਵਿੱਚ ਤੁਰੇ ਨੇ। ਮੈਂ ਕੀ ਕਹਿ ਸਕਦਾ ਉਹਨਾਂ ਨੂੰ, ਕਿਉਂਕਿ ਕਿਸੇ ਨੇ ਮੱਤ ਹੀ ਨਹੀਂ ਦਿੱਤੀ ਅਤੇ ਮਹਾਰਾਜ ਨੇ ਉਹਨਾਂ ਦੇ ਬਾਰੇ ਗੱਲ ਕੀਤੀ। ਔਰ ਇਹ ਸਾਡੇ ਪ੍ਰਤੱਖ ਦੀ ਗੱਲ ਹੈ। ਮੈਂ ਇਸ ਕਰਕੇ ਕਹਿੰਦਾ ਹਾਂ ਵੀ ਜੇ ਉਹਨਾਂ ਨੂੰ ਕਹਿ ਜੇ ਨਾ ਵੀ ਤੁਹਾਡੇ 5 ਮਿੰਟ ਵੱਧ ਹੋ ਜਾਣਗੇ, ਨਹੀਂ ਜੀ, ਸਮਾਪਤੀ ਜਿਹੜੀ ਹੈ ਉਹ ਇੰਨੇ ਟਾਈਮ ਦੇ ਉੱਤੇ ਹੋਣੀ ਚਾਹੀਦੀ ਹੈ। ਇਹ ਨੇ ਵੀ ਉਹ ਬੜੇ ਪੰਕਚੁਅਲ ਨੇ। ਉਹ ਇਸ ਗੱਲ ਦਾ ਵਹਿਮ ਹੈ ਵੀ ਜੇ 12:45 'ਤੇ ਸਮਾਪਤੀ ਹੋ ਜਾਵੇ ਤਾਂ ਚੰਗੀ ਨਹੀਂ ਹੁੰਦੀ। ਕਈ ਪਾਉਣ ਪਾ ਕੇ ਕੱਪੜਾ ਨਹੀਂ ਵੇਚਦੇ। ਮੈਂ ਤਾਂ ਇਸ ਕਰਕੇ ਕਹਿੰਦਾ ਹੁੰਦਾ ਵੀ ਚਲੋ ਉੱਦਾਂ ਮਿਣਤੀ ਦੇ ਵਿੱਚ ਨਾ ਪੂਰਾ ਆਉਂਦਾ ਹੋਵੇ ਫਿਰ ਉਹ ਠੀਕ ਹੈ, ਪਰ ਜੇ ਵਹਿਮ ਦੇ ਵਿੱਚ ਆ ਨਾ ਵੀ ਪਾਉਣਾ ਕੱਪੜਾ ਖਰੀਦਿਆ ਜਾਂ ਵੇਚਿਆ ਕਿਤੇ ਵਹਿਮ ਦੇ ਵਿੱਚ ਆ ਜਾਵੇਗਾ, ਮੈਨੂੰ ਮਾफ़ ਕਰਿਓ, ਅਸੀਂ ਵੀ ਕਰਮ ਕਾਂਡਾਂ 'ਚ ਤੁਰੇ ਫਿਰਦੇ ਹਾਂ, ਕੁਝ ਵੱਧ ਨਹੀਂ ਸਿੱਖਿਆ ਅਸੀਂ। ਬੜੇ ਵਹਿਮੀ ਲੋਕ ਨੇ ਇਸ ਪਾਸੇ। ਇਹ ਸਾਡੀਆਂ ਸਮਾਜ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਨੇ। ਗੁਰੂ ਸਾਹਿਬ ਕਹਿੰਦੇ ਨੇ ਦੁਨੀਆ ਲੱਗੀ ਹੋਈ ਹੈ ਇਹਨਾਂ ਚੀਜ਼ਾਂ ਦੇ ਵਿੱਚ, ਉਹਨਾਂ ਨੂੰ ਤੱਤ ਦੀ ਸਮਝ ਨਹੀਂ ਹੈ ਵੀ ਤੱਤ ਕੀ ਹੈ। ਤੱਤੈ ਸਾਰ ਨਾ ਜਾਣੀ, ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ। ਇਹ 3 ਵਾਰ ਗੁਰੂ ਸਾਹਿਬ ਨੇ ਗੱਲ ਬੋਲੀ ਵੀ ਤੱਤ ਦੀ ਸਮਝ ਨਹੀਂ ਹੈ ਲੋਕਾਂ ਨੂੰ। ਅਤੇ ਮੈਂ ਵਾਰ-ਵਾਰ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਹੁੰਦਾ, ਬੜੀ ਦੁਨੀਆ ਆਉਂਦੀ ਜੇ ਉਹ ਨਹੀਂ ਜੇ ਸਮਝਦੀ ਵੀ ਮਹਾਰਾਜ ਕੀ ਕਹਿ ਰਹੇ ਨੇ, ਉਹ ਨਹੀਂ ਜੇ ਸਮਝਦੇ ਵੀ ਸਤਿਗੁਰੂ ਜੀ ਦੀ ਬਾਣੀ ਕੀ ਗੱਲ ਕਰਦੀ ਹੈ। ਉਹਨਾਂ ਦਾ ਕੰਮ ਹੈ ਵੀ ਅਸੀਂ ਜੋ ਕਰਦੇ ਪਏ ਹਾਂ ਬਸ ਅਸੀਂ ਆਪਣਾ ਹੀ ਕੰਮ ਕਰਕੇ ਜਾਣਾ, ਅਸੀਂ ਆਪਣੀ ਹੀ ਮਰਜ਼ੀ ਕਰਕੇ ਜਾਣੀ ਹੈ। ਹੁਣ ਤੱਤ ਤੇ ਤਾਂ ਸਮਝ ਆਵੇ ਨਾ ਜੇ ਬੰਦੇ ਦੇ ਅੰਦਰ ਪਹਿਲੀ ਜਿਹੜੀ ਮੱਤ ਵੜੀ ਹੋਈ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਕਰੇ। ਮੈਂ ਰਾਤ ਇਸ ਗੱਲ ਦੀ ਬੇਨਤੀ ਕੀਤੀ ਸੀ, ਪਾਠਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਸੁਭਾਅ ਨਹੀਂ ਬਦਲਦੇ ਸਾਡੇ। ਬਹੁਤੇ ਧਾਰਮਿਕ ਲੋਕਾਂ ਦੇ ਕਹਿ ਸਕਦੇ ਹਾਂ ਵੀ ਧਾਰਮਿਕ ਨੇ,
ਪਰ ਉਹਨਾਂ ਨੂੰ ਲੱਗਦਾ ਵੀ ਅਸੀਂ ਧਾਰਮਿਕ ਹਾਂ। ਧਾਰਮਿਕ ਹੁੰਦੇ ਨਹੀਂ, ਸੁਭਾਅ ਨਹੀਂ ਬਦਲਦੇ ਉਹਨਾਂ ਲੋਕਾਂ ਦੇ। ਜਿਹੋ ਜਿਹਾ ਸੁਭਾਅ ਉਹਨਾਂ ਦਾ ਪਾਠ ਕਰਨ ਤੋਂ ਪਹਿਲਾਂ ਸੀ, ਉਹੋ ਜਿਹਾ ਹੀ ਪਾਠ ਕਰਨ ਤੋਂ ਬਾਅਦ ਸੀ। ਪਾਠ ਦਾ ਕਸੂਰ ਹੈ ਵੀ ਪਾਠ ਦੇ ਸੁਭਾਅ ਨਹੀਂ ਬਦਲਿਆ। ਬਾਬਾ ਕਬੀਰ ਕਹਿੰਦੇ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ। ਬਾਬਾ ਕਬੀਰ ਕਹਿੰਦਾ ਤਾਂ ਸਤਿਗੁਰੂ ਵੀ ਬਾਂਹ ਖੜੀ ਕਰ ਜਾਂਦਾ ਵੀ ਭਾਈ ਇਹ ਨਹੀਂ ਮੇਰੇ ਵੱਸ ਦੀ ਗੱਲ। ਕਿਉਂ? ਉਹ ਵੀ ਇਹਦਾ ਨੇ ਸੁਭਾਅ ਹੀ ਨਹੀਂ ਬਦਲਣਾ। ਘੱਟੋ ਘੱਟ ਸੁਭਾਅ ਬਦਲਣ ਵਾਲੇ ਹੁਣ ਤੇ ਸੁਭਾਅ ਬਦਲਣਾ ਸ਼ੁਰੂ ਹੋ ਜਾਵੇ। ਜਿਨ੍ਹਾਂ ਨੇ ਧਿਆਨ ਹੀ ਕਰਮ ਕਾਂਡਾਂ ਦੇ ਵੱਲ ਰੱਖਿਆ ਹੋਇਆ ਹੈ, ਉਹ ਜ਼ਿੰਦਗੀ ਦੇ ਵਿੱਚ ਨਹੀਂ ਨਿਕਲ ਸਕਦੇ ਇਸ ਪਾਸੇ ਤੋਂ। ਤੱਤੈ ਸਾਰ ਨਾ ਜਾਣੀ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾ ਇੱਕ ਗੱਲ ਕਰਦੇ ਨੇ, ਅਸੀਂ ਸੋਰਠ ਰਾਗ ਦੇ ਵਿੱਚ ਅਸ਼ਟਪਦੀ ਹੈ ਸਤਿਗੁਰੂ ਦੀ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਵੇਕਾਰੀ। ਸੁਣ ਪੰਡਿਤ ਕਰਮਾਕਾਰੀ, ਜਿਤ ਕਰਮ ਸੁਖ ਉਪਜੈ ਭਾਈ, ਸੋ ਤਤ ਆਤਮ ਤਤ ਵਿਚਾਰੀ। ਮਹਾਰਾਜ ਕਹਿੰਦੇ ਵੀ ਇਹ ਕਰਮ ਕਾਂਡੀ ਪੰਡਿਤ ਲੋਕ ਤੇਰੇ ਕੋਲ ਆਉਂਦੇ ਨੇ, ਕਈਆਂ ਨੂੰ ਤੂੰ ਪੁੰਨਿਆਂ 'ਚ ਫਸਾ ਕੇ ਰੱਖ ਦਿੰਦਾ, ਕਈਆਂ ਨੂੰ ਤੂੰ ਮੱਸਿਆ 'ਚ ਫਸਾ ਕੇ ਰੱਖ ਦਿੰਦਾ, ਕਈਆਂ ਨੂੰ ਤੂੰ ਕਈਆਂ ਵਰਤਾਂ 'ਚ ਫਸਾ ਕੇ ਰੱਖ ਦੇਣਾ, ਕਈਆਂ ਨੂੰ ਤੂੰ ਕਈਆਂ ਦਿਨਾਂ 'ਚ ਫਸਾ ਕੇ ਰੱਖ ਦੇਣਾ। ਵੀ ਮੈਨੂੰ ਇਹ ਦੱਸ ਵੀ ਇਹ ਕਰਮ ਕਾਂਡ ਕਰ ਕਰਕੇ ਉਹਨਾਂ ਦੀ ਜ਼ਿੰਦਗੀ 'ਚ ਸੁੱਖ ਆ ਜਾਵੇਗਾ? ਉਹ ਤਾਂ ਸਗੋਂ ਹੋਰ ਹੰਕਾਰੀ ਹੋ ਜਾਣਗੇ ਵੀ ਅਸੀਂ ਤਾਂ ਕਦੀ ਵਰਤ ਨਹੀਂ ਮਿਸ ਕੀਤਾ, ਅਸੀਂ ਕਦੀ ਸੰਗਰਾਂਦ ਨਹੀਂ ਮਿਸ ਕੀਤੀ। ਮੈਨੂੰ ਮਾफ़ ਕਰਿਓ, ਆ ਤੁਸੀਂ ਰੋਜ਼ ਆਉਂਦੇ ਜੇ ਨਾ, ਤਾਂ ਤੁਹਾਡੇ ਮਨ ਦੇ ਵਿੱਚ ਤਾਂ ਭਾਵੇਂ ਕਦੀ ਗੱਲ ਨਾ ਹੋਵੇ। ਅੱਜ ਜਿਨ੍ਹਾਂ ਨੇ ਕਦੀ ਸੰਗਰਾਂਦ ਨਹੀਂ ਨਾ ਮਿਸ ਕੀਤੀ ਹੁੰਦੀ, ਉਹ ਫਿਰ ਸ਼ੁਰੂ ਹੀ ਇੱਥੋਂ ਹੁੰਦੇ ਨੇ। 5 ਸਾਲ ਹੋ ਗਏ ਨੇ ਅਸੀਂ ਨਹੀਂ ਕਦੀ ਸੰਗਰਾਂਦ ਮਿਸ ਕੀਤੀ। ਵੀ ਹੱਦ ਹੋ ਗਈ ਹੈ। ਕੀ ਤੁਸੀਂ ਵੱਡਾ ਮਾਰਕਾ ਮਾਰ ਲਿਆ ਦੁਨੀਆ ਦੇ ਉੱਤੇ? ਇੱਕ ਦਿਨ ਗੁਰਦੁਆਰੇ ਆ ਕੇ ਤੁਸੀਂ ਏਡੀਆਂ ਵੱਡੀਆਂ ਪੰਡਾਂ ਸਿਰ 'ਤੇ ਲਈ ਫਿਰਦੇ ਜੇ। ਔਰ ਇਹ ਸੱਚ ਹੈ ਗੱਲ, ਤੁਸੀਂ ਸੁਣੋਗੇ ਸਾਡੇ ਬਾਬੇ ਨੇ 15 ਸਾਲ ਹੋ ਗਏ ਲਗਾਤਾਰ ਸੰਗਰਾਂਦ ਦੇ ਦਿਨ, ਬਾਅਦ 'ਚ ਭਾਵੇਂ ਗੁਰਦੁਆਰੇ ਦਾ ਮੂੰਹ ਨਾ ਵੇਖਿਆ ਹੋਵੇ। ਕਿੰਨੀਆਂ ਵੱਡੀਆਂ ਚੀਜ਼ਾਂ ਦੇ ਉੱਤੇ ਲੋਕ ਤੁਰੇ ਫਿਰਦੇ ਨੇ। ਮਹਾਰਾਜ ਕਹਿੰਦੇ ਵੀ ਇਹ ਭਾਈ ਤੂੰ ਕਰਮ ਕਾਂਡਾਂ ਦੇ ਵਿੱਚ, ਉਦੋਂ ਸਾਡੇ ਅੱਗੇ ਭਾਈ ਬੋਲਣ ਵਾਲੇ, ਬੜਾ ਪਵਿੱਤਰ ਦਿਹਾੜਾ ਕੱਲ੍ਹ ਹੀ ਆ ਰਿਹਾ ਨਾ, ਤੁਸੀਂ ਵੇਖੋ ਜਿੱਦਾਂ ਬਾਕੀ ਉੱਦਾਂ ਹੀ ਇਹ ਹੈ। ਮੈਂ ਇੱਥੋਂ ਤੱਕ ਗੱਲ ਕਰਦਾ ਹੁੰਦਾ ਕਿ ਸੰਗਤ ਜੁੜ ਜਾਵੇ ਤਾਂ ਵਧੀਆ ਗੱਲ ਹੈ। ਗੁਰਬਾਣੀ ਦੇ ਵਿੱਚ ਸੰਗਰਾਂਦ ਲਫ਼ਜ਼ ਇੱਕ ਵਾਰ ਵੀ ਨਹੀਂ ਆਇਆ। ਅਤੇ ਜਿੰਨੀ ਸਾਡੀ ਕੌਮ ਸੰਗਰਾਂਦ ਨੂੰ ਮੰਨਦੀ, ਉਹਨਾਂ ਨੂੰ ਗੁਰਪੁਰਬ ਤੋਂ ਵੱਡੀ ਸੰਗਰਾਂਦ ਲੱਗਦੀ। ਕਾਰਨ ਕੀ ਹੈ? ਦਿਨਾਂ ਦਾ ਇੱਕ ਵਹਿਮ ਮਨ ਦੇ ਵਿੱਚ ਪੈ ਗਿਆ ਵੀ ਵਾਕਿਆ ਹੀ ਇਹ ਦਿਨ ਸਾਡੇ ਲਈ ਸ਼ਾਇਦ ਬਾਕੀਆਂ ਦਿਨਾਂ ਨਾਲੋਂ ਵੱਖਰਾ ਹੈ। ਜੇ ਨਾ ਵੱਖਰਾ ਹੋਵੇ ਤਾਂ ਬੰਦਾ ਬਾਕੀ ਦਿਨ ਕਿਉਂ ਨਾ ਆਵੇ ਗੁਰਦੁਆਰੇ, ਬਾਕੀ ਦਿਨ ਵੀ ਆ ਸਕਦਾ। ਪਰ ਪ੍ਰੋਬਲਮ ਹੈ ਅਸੀਂ ਆ ਗਏ ਹਾਂ ਅਤੇ ਸਾਰੇ ਮਹੀਨੇ ਦਾ ਕੰਮ ਸਾਡਾ ਪਾਰ ਹੋ ਗਿਆ। ਹਜ਼ੂਰ ਕਹਿੰਦੇ ਤੱਤ ਵਾਲੇ ਪਾਸੇ ਨਹੀਂ ਜਾਂਦੇ, ਅਤੇ ਉਹਨਾਂ ਨੂੰ ਮੱਤ ਦੇਣ ਵਾਲਿਆਂ ਨੂੰ ਮਹਾਰਾਜ ਕਹਿੰਦੇ ਸੁਣ ਪੰਡਿਤ ਕਰਮਾਕਾਰੀ। ਉਹ ਕਰਮ ਕਾਂਡਾਂ ਦੀ ਮੱਤ ਦੇਣ ਵਾਲੇ ਪੰਡਿਤ, ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ। ਜਿਹੜੇ ਕਰਮ ਦੇ ਨਾਲ ਜ਼ਿੰਦਗੀ 'ਚ ਸੁੱਖ ਹੋਣਾ ਨਾ, ਉਹ ਉਹਦੇ ਨਾਲ ਹੀ ਹੋਣਾ ਵੀ ਤੁਹਾਡੀ ਆਤਮਾ ਕਿੱਥੇ ਜੇ ਜੁੜੀ ਹੋਈ ਹੈ। ਤੁਹਾਡੀ ਆਤਮਾ ਕਿਹੜੀ ਚੀਜ਼ ਨੂੰ ਫੜਦੀ ਪਈ ਹੈ? ਤੁਸੀਂ ਲੱਸੀ ਵਾਲੇ ਪਾਸੇ ਤੁਰੇ ਜਾ ਰਹੇ ਕਿ ਤੁਸੀਂ ਮੱਖਣ ਵਾਲੇ ਪਾਸੇ ਤੁਰੇ ਜਾ ਰਹੇ ਨੇ? ਆਤਮਾ ਇਸ ਗੱਲ ਨੂੰ ਮੰਨੇਗੀ। ਜਿੰਨਾ ਤੁਸੀਂ ਕਰਮ ਕਾਂਡਾਂ ਦੇ ਨਾਲ ਜੁੜੇ ਜੇ, ਤੁਹਾਡੀ ਜ਼ਿੰਦਗੀ 'ਚ ਟਿਕਾਅ ਘੱਟ ਹੋਵੇਗਾ, ਓਨਾ ਹੀ ਹੰਕਾਰ ਜ਼ਿਆਦਾ ਵੱਧ ਜਾਵੇਗਾ। ਉੱਥੇ ਸ਼ਬਦ ਹੈ, ਮਹਾਰਾਜ ਕਹਿੰਦੇ ਪੰਡਿਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲਿਆ ਤੱਥ। ਸਤਿਗੁਰੂ ਕਹਿੰਦੇ ਭਾਈ ਦਹੀਂ ਰਿੜਕੋਗੇ ਤਾਂ ਕੁਝ ਨਿਕਲ ਵੀ ਜਾਵੇਗਾ, ਵਿੱਚੋਂ ਮੱਖਣ ਵੀ ਨਿਕਲ ਜਾਵੇਗਾ। ਪੰਡਿਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲਿਆ ਤੱਥ। ਮਤਲਬ ਤੁਸੀਂ 2 ਸ਼ਬਦ ਪੜ੍ਹੋਗੇ ਅਤੇ ਦੋਵਾਂ ਸ਼ਬਦਾਂ ਦੇ ਵਿੱਚੋਂ ਜੇ ਇੱਕ ਦੇ ਵੀ ਅਰਥ ਪਤਾ ਲੱਗ ਗਏ, ਅਤੇ ਇੱਕ ਸ਼ਬਦ ਦਾ ਅਰਥ ਪਤਾ ਲੱਗਣ ਤੋਂ ਬਾਅਦ ਇੱਕ ਪੰਕਤੀ ਤੇ ਮਨ ਦੇ ਵਿੱਚ ਵਸ ਜਾਵੇਗੀ ਨਾ ਵੀ ਆਹ ਗੱਲ ਇੱਦਾਂ ਗੁਰੂ ਸਾਹਿਬ ਕਹਿ ਰਹੇ ਨੇ। ਪਰ ਹੈਰਾਨੀ ਦੀ ਗੱਲ ਹੈ, ਜਿਹੜਾ ਬੰਦਾ ਸਿਰਫ ਆ ਕੇ ਅਤੇ ਪਾਣੀ ਡੋਲੀ ਜਾ ਰਿਹਾ, ਸੇਵਾ ਕਰ ਲਵੇ। ਮੈਂ ਸੇਵਾ ਤੋਂ ਨਹੀਂ ਰੋਕਦਾ, ਮਹਾਰਾਜ ਬਖਸ਼ਿਸ਼ ਕਰੇ। ਮੈਂ ਕੌਣ ਹੈ ਇਸ ਗੱਲ ਨੂੰ ਕਹਿਣ ਵਾਲਾ, ਕਿਉਂਕਿ ਕੋਈ ਦੂਜੇ ਪਾਸੇ ਉੱਤੇ ਲੈ ਜਾਂਦੇ ਨੇ ਵੀ ਤੁਸੀਂ ਤਾਂ ਸੇਵਾ ਨਹੀਂ ਕਰਨ ਦਿੰਦੇ, ਅਤੇ ਸੇਵਾ ਕਰੇ। ਪਰ ਜਿਹੜੇ ਬੰਦੇ ਨੂੰ ਇਹ ਹੀ ਨਹੀਂ ਸਮਝ ਵੀ 5 ਮਿੰਟ ਪਹਿਲਾਂ ਕੋਈ ਪੋਚਾ ਮਾਰ ਕੇ ਗਿਆ ਹੈ, ਮਗਰੇ ਮੈਂ ਵੀ ਉੱਥੇ ਹੀ ਸੇਵਾ ਕਰਨੀ ਹੈ, ਤੀਜਾ ਵੀ ਉੱਥੇ ਹੀ ਸੇਵਾ ਕਰੀ ਜਾ ਰਿਹਾ, ਸਾਰੇ ਉੱਥੇ ਡਿੱਗੀ ਜਾ ਰਹੇ ਨੇ। ਇੱਕ ਪਾਸੇ ਸਾਰਾ ਹੀ ਖਲਾਰਾ ਪਿਆ ਹੈ, ਦੂਜੇ ਪਾਸੇ ਕੋਈ ਜਾਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਉਹਨੂੰ ਫਿਰ ਕੀ ਕਿਹਾ ਜਾਂਦਾ? ਮੱਖੀ ਤੇ ਮੱਖੀ ਮਾਰਨ ਵਾਲੀ ਗੱਲ। ਕੋਈ ਵੇਖਣ ਵਾਲਾ ਲੱਗੇ ਇਹ ਤਾਂ ਸੇਵਾ ਕਰਦਾ ਸੀ, ਤੂੰ ਸੇਵਾ ਕਰਦੇ ਨੂੰ ਹਟਾ ਦਿੱਤਾ। ਵੀ ਸੇਵਾ ਕਰੀ ਜਾਵੇ, ਉਹ ਜੇ ਸੇਵਾ ਕਰਨ ਦਾ ਉਹਨੂੰ ਮਾਣ ਮਿਲਣਾ, ਅਤੇ ਪਾਣੀ ਬਰਬਾਦ ਕਰਨ ਦੀ ਸਜ਼ਾ ਫਿਰ ਕਿਹਨੂੰ ਮਿਲਣੀ ਹੈ? ਹਜ਼ੂਰ ਕਹਿੰਦੇ ਤੱਥ ਨੂੰ ਜੁੜੋਗੇ ਅਤੇ ਤੁਹਾਨੂੰ ਕੁਝ ਮਿਲ ਵੀ ਜਾਵੇਗਾ। ਪੰਡਿਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲਿਆ ਤੱਥ। ਜਲ ਮਥੀਐ ਜਲ ਦੇਖੀਐ ਭਾਈ, ਇਹ ਜਗ ਏਹਾ ਵੱਥ। ਪਰ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਨੇ, ਦੁਨੀਆ ਦੀ ਹਾਲਤ ਕੀ ਆ? ਦੁਨੀਆ ਬਸ ਪਾਣੀ 'ਚ ਮਧਾਣੀ ਪਾ ਕੇ ਬੈਠੀ ਹੋਈ ਹੈ, ਅਤੇ ਜਿੱਦੀ ਇੰਨੀ ਹੈ ਵੀ ਮੈਂ ਤਾਂ ਪਾਣੀ 'ਚੋਂ ਹੀ ਮੱਖਣ ਕੱਢ ਲੈਣਾ। ਮਹਾਰਾਜ ਕਹਿੰਦੇ ਲੱਗੇ ਰਹੋ, ਕੀ ਕਰ ਲਓਗੇ ਤੁਸੀਂ? ਇਹ ਤਾਂ ਸੱਚ ਹੈ ਨਾ, ਸਾਨੂੰ ਸਾਰਿਆਂ ਨੂੰ ਪਤਾ। ਕਈ ਪਤਾ ਕੀ ਕਹਿ ਦਿੰਦੇ ਨੇ, ਸ਼ਰਧਾ ਹੋਣੀ ਚਾਹੀਦੀ ਹੈ, ਰੱਬ ਤੇ ਪੱਥਰ 'ਚੋਂ ਨਿਕਲ ਆਉਂਦਾ।
मैं कहना शरधा होनी चाहिए सारे अंदर। तो इत्थे मधानी लैके बैठ जाओ, गुरुद्वारे बैठ जाओ, कि पानी रिड़को सारा दिन, तो शामां नूं मक्खण निकल आवेगा? नहीं निकलदा। तो की रिड़कण वाले च कहांगे शरधा नहीं है? ਜਿਹੜੀਆਂ ਗੱਲਾਂ ਕੁਦਰਤੀ ਤੌਰ 'ਤੇ ਠੀਕ ਨਹੀਂ, ਉਹ ਨਹੀਂ ਠੀਕ। ਉਹਨੂੰ ਅਸੀਂ ਕਹੀ ਜਾਈਏ ਵੀ ਬੰਦੇ ਦੇ ਅੰਦਰ ਸ਼ਰਧਾ ਹੋਣੀ ਚਾਹੀਦੀ ਹੈ। ਸ਼ਰਧਾ ਨੇ ਸਾਡਾ ਕਈਆਂ ਗੱਲਾਂ ਤੋਂ ਭੋਗ ਪਵਾ ਦਿੱਤਾ, ਹਾਲਾਂਕਿ ਜ਼ਰੂਰੀ ਹੈ ਇਹਨੂੰ ਇਹ ਨਾ ਕਹਿਣਾ ਵੀ ਸ਼ਰਧਾ ਨਹੀਂ ਹੋਣੀ ਚਾਹੀਦੀ। ਸ਼ਰਧਾ ਜ਼ਰੂਰੀ ਹੈ। ਅੱਖਾਂ ਮੀਟ ਕੇ ਕੋਈ ਵੀ ਕੰਮ ਨਹੀਂ ਸੀ ਸਵੇਰੇ ਇਸ ਗੱਲ ਨੂੰ ਵਿਚਾਰਿਆ। ਸਤਿਗੁਰੂ ਕਹਿੰਦੇ ਨੇ ਭਾਈ ਪੰਡਿਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲਿਆ ਤੱਥ। ਉਹ ਦਹੀਂ ਨੂੰ ਰਿੜਕੋਗੇ, ਇੱਕ ਸ਼ਬਦ ਪੜ੍ਹੋਗੇ ਤੇ ਅਰਥ ਵੀ ਸਮਝ ਆ ਜਾਣਗੇ। ਜਲ ਮੱਥੀ ਹੈ ਜਲ ਦੇਖੀ ਹੈ ਭਾਈ, ਇਹ ਜਗ ਏਹਾ ਵੱਥ। ਪਾਣੀ ਰਿੜਕੀ ਜਾ ਰਹੇ ਜੇ, ਕੁਝ ਪਤਾ ਨਹੀਂ ਵੀ ਕੀ ਗੱਲ ਕੀਤੀ ਜਾ ਰਹੀ, ਕੁਝ ਪਤਾ ਨਹੀਂ ਮਹਾਰਾਜ ਕੀ ਕਹਿੰਦੇ ਨੇ, ਕੁਝ ਪਤਾ ਨਹੀਂ ਗੁਰਬਾਣੀ ਕੀਰਤਨ ਕਿਹੜੇ ਸ਼ਬਦ ਦਾ ਹੋਇਆ। ਅਤੇ ਮਹਾਰਾਜ ਕਹਿੰਦੇ ਤੇ ਇੱਦਾਂ ਦੀ ਗੱਲ ਹੈ ਕਿ ਤੁਸੀਂ ਪਾਣੀ ਰਿੜਕਿਆ ਹੈ, ਅਤੇ ਸੋਚੋਗੇ ਵੀ ਇਹਦੇ ਵਿੱਚੋਂ ਕੁਝ ਨਿਕਲੇਗਾ? ਨਹੀਂ ਨਿਕਲਦਾ। ਇਹ ਜੱਗ ਏਹਾ ਵੱਥ। ਪਰ ਸੰਸਾਰ ਬੜਾ ਖੁਸ਼ ਹੈ ਵੀ ਮੈਂ ਤਾਂ ਪਾਣੀ ਰਿੜਕਦਾ ਪਿਆ। ਅਤੇ ਖੁਸ਼ ਇਸ ਕਰਕੇ ਵੀ ਆਪਾਂ ਦੇ ਮਧਾਣੀ ਕਮਾਲੀ ਹੈ, ਆਪਾਂ ਨੂੰ ਉਹਦੇ ਨਾਲ ਕੀ ਲੱਗੇ, ਭਾਵੇਂ ਗਲਤ ਕੰਮਾਂ 'ਚ ਹੀ ਲੱਗਦਾ ਰਿਹਾ। ਹਜ਼ੂਰ ਕਹਿੰਦੇ ਤੱਤੈ ਸਾਰ ਨਾ ਜਾਣੀ, ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ। ਗੁਰੂ ਤੋਂ ਬਿਨਾਂ ਕਿਹੜਾ ਇਸ ਗੱਲ ਦੀ ਸਮਝ ਦੇਵੇ ਇਹਨਾਂ ਬੰਦਿਆਂ ਨੂੰ ਵੀ ਭਾਈ ਕਰਮ ਕਾਂਡ ਛੱਡੋ ਅਤੇ ਨਾਮ ਵਾਲੇ ਪਾਸੇ 'ਤੇ ਆਓ। ਆਪਾਂ ਇੱਦਾਂ ਸਮਝ ਲਈਏ। ਕੱਲ੍ਹ ਵੀ ਇੱਕ ਗੱਲ ਕੀਤੀ ਸੀ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਇੱਕ ਸੁਸਿਉ ਲਿਵ ਲਾਏ। ਜਿਹਨੂੰ ਕਿਤੇ ਇੱਕ ਅੱਧੇ ਬੰਦੇ ਨੂੰ ਆਪ ਮਾਲਕ ਸਮਝ ਦੇ ਦਿੰਦਾ ਹੈ, ਗੁਰਮੁਖ ਕਿਸੈ ਬੁਝਾਏ। ਇੱਥੇ ਸਤਿਗੁਰੂ ਕਹਿੰਦੇ ਨੇ ਤੱਤੈ ਸਾਰ ਨਾ ਜਾਣੀ, ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ। ਆਪਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਇੱਕ ਗੱਲ ਵੇਖ ਲਈਏ। ਬਹੁਤ ਵਾਰ ਤੁਸੀਂ ਸੁਣੀ ਹੈ ਗੱਲ, ਮੈਂ ਸੰਖੇਪ ਜਾਪ ਜੀ ਦੇ ਅੱਗੇ ਉਹ ਪਾਸਾ ਰੱਖਾਂਗਾ ਵੀ ਮਹਾਰਾਜ ਜੀ ਨੂੰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਗ ਲੈਣ ਭੇਜਿਆ ਸੀ, ਅਤੇ ਉਹ ਜਿਹੜਾ ਅੱਗ ਦੇਣ ਵਾਲਾ ਪੰਡਿਤ ਸੀ ਜਾਂ ਜਿਹੜਾ ਉੱਥੇ ਵੀ ਧਾਰਮਿਕ ਜਿਹੜਾ ਵੀ ਬੈਠਾ ਹੋਇਆ ਸੀ, ਹੁਣ ਉਹ ਕਿੰਨੇ ਗੁੱਸੇ ਦੇ ਵਿੱਚ ਬੈਠਾ ਹੋਇਆ। ਉਹਨੇ ਚੌਂਕਾ ਵੀ ਧੋਤਾ ਹੈ ਆਪਣਾ, ਲੱਕੜਾਂ ਵੀ ਧੋਤੀਆਂ ਹੋਈਆਂ ਨੇ। ਉਹ ਆਲੇ ਦੁਆਲੇ ਇੱਕ ਲਾਈਨ ਵੀ ਕੱਢੀ ਆ ਵੀ ਇਸ ਬਾਊਂਡਰੀ ਦੇ ਅੰਦਰ ਕੋਈ ਨਹੀਂ ਐਂਟਰ ਹੋ ਸਕਦਾ। ਤੁਸੀਂ ਸੁਣਿਆ ਸਾਰਿਆਂ ਨੇ ਉਸ ਗੱਲ ਨੂੰ, ਮੈਂ ਇਸ ਕਰਕੇ ਜ਼ਿਆਦਾ ਉਸ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ। ਹੁਣ ਉਹ ਕੀ ਹੈ ਵੀ ਇੰਨੇ ਕਰਮ ਕਾਂਡ ਇੰਨੀ ਤਿਆਰੀ ਕਰਕੇ ਬੈਠਾ ਹੋਇਆ, ਪਰ ਜਦੋਂ ਬਾਬਾ ਮਰਦਾਨਾ ਉੱਥੇ ਜਾਂਦਾ ਨਾ, ਉਹ ਬਲਦੀ ਲੱਕੜ ਜਿਹੜੀ ਹੈ ਉਹ ਲੈ ਕੇ ਤੇ ਬਾਬੇ ਮਰਦਾਨੇ ਦੇ ਪਿੱਛੇ ਦੌੜ ਜਾਂਦਾ। ਅਤੇ ਮਹਾਰਾਜ ਜੀ ਪੁੱਛਦੇ ਨੇ ਵੀ ਇਹ ਕੀ ਚੱਕਰ ਬਣ ਗਿਆ, ਅਸੀਂ ਤਾਂ ਬੰਦਾ ਭੇਜਿਆ ਸੀ, ਤੁਸੀਂ ਆਪ ਹੀ ਅੱਗ ਲੈ ਕੇ ਆ ਗਏ ਜੀ। ਉਹ ਕਹਿੰਦਾ ਨਹੀਂ, ਮੈਂ ਅੱਗ ਦੇਣ ਨਹੀਂ ਆਇਆ, ਮੈਂ ਤਾਂ ਗੱਲ ਤਾਂ ਹੋਰ ਹੈ ਵੀ ਮੈਂ ਤਾਂ ਮਾਰਨ ਆਇਆ ਇਹਨੂੰ, ਇਹ ਤਾਂ ਤੁਹਾਡੇ ਕੋਲ ਆ ਗਿਆ। ਸਤਿਗੁਰੂ ਕਹਿੰਦੇ ਵੇਖ ਵੀ ਇੰਨੇ ਤੂੰ ਕਰਮ ਕਾਂਡ ਕਰਦਾ ਪਿਆ ਹੈ, ਆਪਣਾ ਆਪ ਵੀ ਧੋਤਾ, ਲੱਕੜਾਂ ਵੀ ਧੋ ਲਈਆਂ, ਚੌਂਕਾ ਵੀ ਧੋ ਲਿਆ। ਦੁਨੀਆ ਇੱਦਾਂ ਹੀ ਕਰਦੀ ਹੈ, ਤੁਸੀਂ ਵੇਖ ਲੈਣਾ, ਇੰਨੀ ਸਫਾਈ ਬਾਹਰ ਰੱਖਦੀ ਹੈ ਅਤੇ ਅੰਦਰ 2 ਮਿੰਟ ਨਹੀਂ ਲੱਗਦੇ ਗੁੱਸਾ ਲਿਆਉਣ ਦੇ। 2 ਮਿੰਟਾਂ 'ਚ ਅੰਦਰ ਸਾਰਾ ਕੁਝ ਸਾੜ ਕੇ ਸੁਆਹ ਕਰ ਲੈਂਦੇ ਨੇ ਆਪਣਾ। ਮਹਾਰਾਜ ਕਹਿੰਦੇ ਵੀ ਅੰਦਰ ਤੇਰੇ ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ। ਦੂਜਿਆਂ ਦੀ ਨਿੰਦਾ ਕਰਨ ਦਾ ਸੁਭਾਅ, ਦੂਜਿਆਂ ਦੀ ਮੈਲ ਫੋਲਣ ਦਾ ਸੁਭਾਅ, ਦੂਜਿਆਂ ਦੀ ਮੈਲ ਚੁੱਕਣ ਦਾ ਸੁਭਾਅ, ਸਾਰਾ ਕੁਝ ਤੇ ਨਾਲ ਲਈ ਫਿਰਦਾ ਹੈ। ਅਤੇ ਮੈਨੂੰ ਇਹ ਦੱਸ ਵੀ ਤੂੰ ਇੰਨੀਆਂ ਬਾਹਰੋਂ ਧੋਣ ਦਾ ਤੈਨੂੰ ਕੀ ਫਾਇਦਾ ਹੋਵੇਗਾ? ਇਹਦਾ ਮਤਲਬ ਗੁਰੂ ਸਾਹਿਬ ਕੀ ਕਹਿੰਦੇ ਨੇ ਵੀ ਜਦੋਂ ਤੱਕ ਗੁਰੂ ਮੱਤ ਨਾ ਦੇਵੇ, ਸਾਨੂੰ ਕਿੱਦਾਂ ਪਤਾ ਲੱਗੇ ਵੀ ਭਾਈ ਕਰਮ ਕਾਂਡ ਸੈਕੰਡਰੀ ਨੇ ਅਤੇ ਨਾਮ ਪ੍ਰਾਇਮਰੀ ਹੈ। ਨਾਮ ਜਪਣਾ ਜ਼ਿਆਦਾ ਜ਼ਰੂਰੀ ਹੈ, ਬਾਣੀ ਪੜ੍ਹਨੀ ਜ਼ਿਆਦਾ ਜ਼ਰੂਰੀ ਹੈ। ਇੱਦਾਂ ਕਈ ਲੋਕ, ਮੈਂ ਕਿਉਂਕਿ ਇਹ ਅਕਸਰ ਸਾਡੀ ਕੌਮ ਦੇ ਵਿੱਚ ਗੱਲ ਆਈ ਜਾਂਦੀ ਹੈ, ਜਿਹਦੇ ਵਿੱਚ ਵਿਧੀਆਂ ਨੂੰ ਬੜੀ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਅੱਜ ਕੱਲ੍ਹ, ਵੀ ਆਪ ਜਿਹੜਾ ਹੈ ਉਹ ਇਸ਼ਨਾਨ ਵੀ ਕੀਤਾ ਹੋਵੇ ਕਿਸੇ ਨੇ, ਚੰਗੀ ਤਰ੍ਹਾਂ ਆਪਣੇ ਸੋਹਣੇ ਵੀ ਕੱਪੜੇ ਪਾਏ ਹੋਣ, ਪਰ ਪਾਠ ਕਰੇ ਹੀ ਨਾ, ਅਤੇ ਫਿਰ ਉਹਦੇ ਸੋਹਣੇ ਕੱਪੜੇ ਪਾਏ ਕਿਸ ਕੰਮ ਨੇ? ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਸਾਰਾ ਕੁਝ ਸੈਕੰਡਰੀ ਹੈ, ਨਾਮ ਪ੍ਰਾਇਮਰੀ ਹੈ। ਅਤੇ ਜੇ ਨਾਮ ਨਹੀਂ ਜਪਦੇ ਪਏ ਤਾਂ ਬਾਕੀ ਕੀਤੇ ਕਰਮ ਕਾਂਡ ਵੀ ਸਾਰੇ ਕਿਸੇ ਕੰਮ ਨਹੀਂ ਨੇ। ਸ਼ਬਦ ਵੇਖ ਲਓ ਹਜ਼ੂਰ ਦਾ ਹੈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ। ਇਹ ਮਾਲਕ ਵਾਲੇ ਪਾਸੇ ਨਹੀਂ ਜੇ ਪਹੁੰਚਣਾ, ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਓ, ਇੱਥੇ ਖਤਮ ਹੋ ਜਾਣਾ ਸਾਰਾ ਕੁਝ ਸਾਡਾ। ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ। ਮਹਾਰਾਜ ਕਹਿੰਦੇ ਤੱਤ ਦੀ ਸਾਰ ਨਹੀਂ ਸਮਝਦੇ, ਮਤਲਬ ਨਾਮ ਵਾਲੇ ਪਾਸੇ ਨਹੀਂ ਆਉਂਦੇ, ਕਰਮ ਕਾਂਡਾਂ ਵਾਲੇ ਪਾਸੇ ਭੱਜੇ ਰਹਿੰਦੇ ਨੇ। ਅਤੇ ਗੁਰੂ ਸਾਹਿਬ ਨੇ ਅਗਲੀ ਗੱਲ ਕੀਤੀ ਆ, ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰੈਣ ਬਿਹਾਣੀ। ਕਹਿੰਦੇ ਇਹਦਾ ਅਸਲ ਦੇ ਵਿੱਚ ਰੀਜ਼ਨ ਪਤਾ ਕੀ ਹੈ ਕਿ ਤੱਤ ਵਾਲੇ ਪਾਸੇ ਕਿਉਂ ਨਹੀਂ ਜਾਂਦੇ? ਇੱਕ ਗੱਲ ਨੂੰ ਆਪਣੇ ਦਿਲ ਦੇ ਵਿੱਚ ਪੱਕਾ ਦ੍ਰਿੜ ਕਰਕੇ ਰੱਖ ਲਓ, ਚਾਹੇ ਉਹ ਮੈਂ ਹਾਂ ਅਤੇ ਚਾਹੇ ਤੁਸੀਂ ਜੇ। ਮਤਾਂ ਕਿਤੇ ਸੋਚਿਓ ਵੀ ਜੇ 1000 ਜਾਣਾ ਬੈਠਾ ਹੈ ਅਤੇ ਇੱਕ ਦਾ 1000 ਹੀ ਧਾਰਮਿਕ ਹੋਵੇਗਾ, ਨਹੀਂ ਹੁੰਦੇ।
मैं भी उन्होंने ही आना, ये नहीं भी मैं बोलने वाला हाँ तो मैं तां वखरा कर देवां, नहीं। विरले बंदे नूं तद दी समझ आउंदी है भी असल दे विच गुरु साहब गल किहड़ी करदे पए ने, नहीं तो बहुते लोग उत्थों तक ही खत्म हो जाते हैं भी पिछों पिछों कर्म कांड कर लो तो गल खत्म हो गई। कर्म कांडा तो उत्ते दी जिंदगी सोच के वेखो ना भी उत्ते की सतगुरु कहते हैं, ये तो खत्म हो जाने वाली चीज़ां ने। हुण सतगुरु जी कहते हैं भी गुरु तो बिना तिही गुणी संसार भ्रम सुता, संसार ना तिन्ना गुणां दे विच भटक भटक के ते सुता होया है। हुण असीं जागदे पए हैं सारे, साडा जागना है भी असीं सुते नहीं हैं, सानूं नींद नहीं आई। पर गुरमत पता किहनूं जागना कहंदी है? गुरमत जागना उहनूं कहंदी है जिहड़ा बंदा वाਕਿਆ ही अटैंशन है। मतलब ਜਿਹੜੇ ਬੰਦੇ ਨੂੰ ਕਦੀ ਇੱਦਾਂ ਸਮਝ ਲਈਏ ਵੀ ਮਾਇਆ ਵਾਲੇ ਪਾਸੇ ਤੋਂ ਕਦੀ ਨੀਂਦ ਹੀ ਨਹੀਂ ਆਈ, ਬੇਹੋਸ਼ ਹੀ ਨਹੀਂ ਹੋਇਆ ਜਿਹੜਾ ਬੰਦਾ ਕਦੀ। ਜਿੱਦਾਂ ਸਾਨੂੰ ਬੁਖਾਰ ਹੋਇਆ ਹੋਵੇ, ਮੈਂ ਤਾਂ ਇੱਦਾਂ ਗੱਲ ਕਰਦਾ ਹੁੰਦਾ ਇਹਦੇ ਬਾਰੇ ਵੀ ਸਾਨੂੰ ਬੁਖਾਰ ਹੋਇਆ ਹੋਵੇ, ਅਸੀਂ ਤੁਰਦੇ ਫਿਰਦੇ ਰਹਿੰਦੇ ਹਾਂ ਪਰ ਤੁਰਦੇ ਕਿੱਦਾਂ ਹਾਂ? ਬੁਖਾਰ ਦੇ ਵਿੱਚ। ਸਾਨੂੰ ਨਸ਼ਾ ਹੋਇਆ ਹੋਵੇ ਕਿਸੇ ਦਵਾਈ ਦਾ ਤੇ ਅਸੀਂ ਤੁਰਦੇ ਫਿਰਦੇ ਤੇ ਰਹਿੰਦੇ ਹਾਂ ਪਰ ਨਸ਼ੇ ਦੇ ਵਿੱਚ ਤੁਰ ਰਹੇ ਹੁੰਦੇ ਹਾਂ। ਮਹਾਰਾਜ ਕਹਿੰਦੇ ਨੇ ਵੀ ਇੱਦਾਂ ਤੁਸੀਂ ਦੁਨੀਆ ਵੱਲ ਵੇਖੋਗੇ ਨਾ ਤਾਂ ਤੁਹਾਨੂੰ ਇਸ ਦੁਨੀਆ ਦੀਆਂ ਅੱਖਾਂ ਖੁੱਲ੍ਹੀਆਂ ਨਜ਼ਰ ਆਉਂਦੀਆਂ ਨੇ, ਦੁਨੀਆ ਜਾਗਦੀ ਨਜ਼ਰ ਆਉਂਦੀ ਹੈ, ਪਰ ਇਹ ਸੁੱਤੇ ਹੋਏ ਨੇ ਲੋਕ, ਇਹ ਸੁੱਤੇ ਨੇ ਲੋਕ। ਆਪਾਂ ਅਕਸਰ ਪੰਜਾਬੀ ਦੇ ਵਿੱਚ, ਮੈਂ ਸਵੇਰੇ ਵੀ ਕਿਉਂਕਿ ਮੁਹਾਵਰਾ ਲਗਭਗ ਵਿਚਾਰ ਇੱਦਾਂ ਦੀ ਸੀ ਅਤੇ ਇਸ ਕਰਕੇ ਉੱਥੇ ਵੀ ਬੋਲਿਆ ਸੀ। ਉਹ ਤੁਸੀਂ ਵੇਖਿਓ ਨਾ, ਉਹ ਕੋਈ ਚੀਜ਼ ਸਾਹਮਣੇ ਸਾਡੇ ਲੈ ਕੇ ਆਉਂਦਾ ਹੋਵੇ, ਉਹ ਸਾਡੇ 'ਚ ਵੱਜ ਜਾਵੇ। ਇੱਕ ਤੁਸੀਂ ਇਹ ਕਹਿੰਦੇ ਵੀ ਕੀ ਗੱਲ ਅੰਨਾ ਹੋ ਗਿਆ, ਅਤੇ ਦੂਜਾ ਅਸੀਂ ਪਤਾ ਕੀ ਕਹਿੰਦੇ ਵੀ ਸੁੱਤਾ ਫਿਰਦਾ ਤੂੰ, ਤੈਨੂੰ ਨਹੀਂ ਪਤਾ ਕਿ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ। ਤੁਸੀਂ ਅਕਸਰ ਵੇਖ ਲਿਓ, ਗੱਡੀ ਚਲਾਉਂਦਾ ਹੋਵੇ ਕੋਈ ਗਲਤ ਰਸਤੇ 'ਤੇ ਮੁੜ ਜਾਵੇ ਤਾਂ ਸਾਡੇ ਤਾਂ ਪੱਕਾ ਹੀ ਡਾਇਲੌਗ ਇਹ ਹੁੰਦਾ ਪੰਜਾਬ ਦੇ ਵਿੱਚ ਵੀ ਗੱਲ ਸੁੱਤਾ ਗੱਡੀ ਚਲਾਉਣ ਡਿਆ ਸੀ। ਉਹਦਾ ਭਾਵ ਕੀ ਹੈ ਵੀ ਚੰਗੀਆਂ ਭਲੀਆਂ ਅੱਖਾਂ ਖੁੱਲ੍ਹੀਆਂ ਨੇ, ਉਹਦੇ ਬਾਵਜੂਦ ਵੀ ਗਲਤ ਡਾਇਰੈਕਸ਼ਨ ਦੇ ਵਿੱਚ ਚਲਾ ਗਿਆ। ਉਹਨੂੰ ਕਹਿੰਦੇ ਵੀ ਕੰਮ ਕਰੀ ਜਾ ਰਿਹਾ ਪਰ ਸੁੱਤਾ ਹੀ ਕੰਮ ਕਰੀ ਜਾ ਰਿਹਾ। ਉਹ ਇੱਕ ਉਹ ਗੱਲ ਬੋਲਦੇ ਹੁੰਦੇ ਨਾ ਵੀ ਸਾਰਾ ਦਿਨ ਪੇਂਟ ਕਰਦਾ ਰਿਹਾ, ਫਿਰ ਸਵੇਰੇ ਉੱਠ ਕੇ ਵੇਖਿਆ ਅਤੇ ਉਹ ਪੇਂਟਿੰਗ ਪੁੱਠੀ ਸੀ, ਉਲਟੀ ਸੀ ਪੇਂਟਿੰਗ। ਬਾਅਦ ਦੇ ਵਿੱਚ ਪਤਾ ਲੱਗਾ ਵੀ ਸਾਰੀ ਮਿਹਨਤ ਵੀ ਗਵਾ ਲਈ। ਉਹ 4 ਅਮਲੀਆਂ ਦੀ ਗੱਲ ਸੁਣਾਉਂਦੇ ਹੁੰਦੇ ਸਾਡੇ 'ਤੇ, ਕਹਿੰਦੇ ਵੀ ਸਾਰੀ ਰਾਤ ਉਹਨਾਂ ਨੇ ਕਿਤੇ ਦਰਿਆ ਪਾਰ ਕਰਨਾ ਸੀ, ਨਸ਼ਾ ਕਿਤੇ ਵੱਧ ਕਰ ਲਿਆ, ਉਹ ਸਾਰੀ ਰਾਤ ਬੇੜੀ ਨੂੰ ਚੱਪੂ ਮਾਰਦੇ ਰਹੇ। ਅੱਧੀ ਕੁ ਰਾਤ ਹੋਈ ਅਤੇ ਸੌਂ ਗਏ ਵੀ ਬੇੜੀ 'ਚੋਂ ਛੱਡ ਪਰਾਂ, ਸਵੇਰੇ ਨਿਕਲਾਂਗੇ ਪਾਰ 'ਤੇ ਹੋਈ ਗਏ। ਸਵੇਰੇ ਉੱਠਿਆ ਅਤੇ ਵੇਖਿਆ ਅਤੇ ਉੱਥੇ ਹੀ ਬੈਠੇ ਅਤੇ ਵੀ ਇਹ ਕੀ ਹੋਇਆ ਵੀ ਚੱਪੂ ਸਾਰੀ ਰਾਤ ਮਾਰਦੇ, ਰਸਾ ਖੋਲ੍ਹਿਆ ਹੀ ਨਹੀਂ। ਉਹ ਸੁੱਤਿਆਂ ਨੇ ਚੱਪੂ ਮਾਰਿਆ ਅਤੇ ਇਹੋ ਕੁਝ ਹੀ ਹੋਏਗਾ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਤਿੰਨਾਂ ਗੁਣਾਂ ਦੇ ਵਿੱਚ ਦੁਨੀਆ ਸੌਂਦੀ ਹੈ। ਥੋੜ੍ਹਾ ਜਿਹਾ ਗੰਭੀਰ ਵਿਸ਼ਾ ਹੈ, ਇਹਨੂੰ ਸਮਝ ਲੈਣਾ। 3 ਗੁਣ ਕਿਹੜੇ ਨੇ? ਰਜੋ, ਤਮੋ ਅਤੇ ਸਤੋ। ਇਹ 3 ਗੁਣ ਨੇ। ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਵੇਖ ਲੈਣਾ ਸਾਨੂੰ ਕਿਹੜੇ ਗੁਣ ਨੇ ਫੜਿਆ ਹੋਇਆ ਹੈ। ਇਹਨਾਂ ਤੋਂ ਉੱਥੇ ਚੌਥਾ ਪਦ ਹੈ। ਰਜੋ ਗੁਣ ਹੁੰਦਾ ਹੈ ਰਾਜਸੀ ਬਿਰਤੀ, ਜਿੱਦਾਂ ਪੋਲੀਟੀਕਲ ਪਾਵਰ ਬੰਦਾ ਚਾਹਵੇ ਵੀ ਮੇਰੇ ਹੱਥ ਦੇ ਵਿੱਚ ਆਵੇ, ਮਤਲਬ ਮੈਂ ਤੁਰਾਂ ਅਤੇ ਦੁਨੀਆ ਮੇਰਾ ਇੱਦਾਂ ਸਤਿਕਾਰ ਕਰੇ ਜਿੱਦਾਂ ਲੀਡਰਾਂ ਦਾ ਸਤਿਕਾਰ ਹੁੰਦਾ। ਇਹ ਸਾਰਿਆਂ ਬੰਦਿਆਂ ਦੇ ਅੰਦਰ ਨਹੀਂ ਹੁੰਦਾ, ਪਰ ਜਿਨ੍ਹਾਂ ਦੇ ਅੰਦਰ ਹੁੰਦਾ ਬੜੀ ਵੱਡੀ ਭੁੱਖ ਹੁੰਦੀ ਹੈ ਉਹਨਾਂ ਨੂੰ। ਐਵੇਂ ਥੋੜ੍ਹਾ ਬੰਦਾ 5 ਸਾਲਾਂ ਬਾਅਦ ਪਾਰਟੀਆਂ ਬਦਲਦਾ ਰਹਿੰਦਾ। ਇੱਕ ਭੁੱਖ ਹੁੰਦੀ ਹੈ ਸਤਿਕਾਰ ਕਰਾਉਣ ਦੀ, ਉਹਨੂੰ ਕਿਹਾ ਜਾਂਦਾ ਹੈ ਰਾਜਸੀ ਬਿਰਤੀ, ਰਾਜ ਕਰਨ ਦਾ ਸੁਭਾਅ। ਮੈਨੂੰ ਰਾਜ ਚਾਹੀਦਾ ਹੈ ਜਿੱਥੋਂ ਮਰਜ਼ੀ ਮਿਲ ਜਾਵੇ। ਫਿਰ ਇੱਕ ਹੁੰਦੀ ਹੈ ਤਾਮਸਿਕ ਬਿਰਤੀ, ਤਮੋ ਬਿਰਤੀ, ਉਹ ਬਿਲਕੁਲ ਹਨੇਰੇ ਵਾਲੀ ਹੁੰਦੀ ਹੈ। ਸਤਿਗੁਰੂ ਕਹਿੰਦੇ ਤਮ ਸੰਸਾਰ ਚਰਨ ਲਗ ਤਰੀ ਹੈ। ਤਮ ਦਾ ਅਰਥ ਹੁੰਦਾ ਹੈ ਹਨੇਰਾ। ਤਾਮਸਿਕ ਬਿਰਤੀ ਮਤਲਬ ਏਡੇ ਨਿਕੰਮੇ ਜਿੱਦਾਂ ਪਸ਼ੂ ਆਏ ਹੁੰਦੇ ਨੇ ਜ਼ਿੰਦਗੀ ਦੇ ਵਿੱਚ, ਕੋਈ ਸਮਝ ਨਹੀਂ, ਕੋਈ ਪਤਾ ਨਹੀਂ ਜ਼ਿੰਦਗੀ 'ਚ ਕੀ ਕਰਨ ਆਏ ਆ ਕੀ ਨਹੀਂ ਕਰਨ ਆਏ। ਸਮਝ ਲਓ ਵੀ ਸਾਹ ਹੀ ਲਿਆ ਹੈ ਜ਼ਿੰਦਗੀ 'ਚ, ਇਹਦੇ ਤੋਂ ਵੱਧ ਕੋਈ ਤਰੱਕੀ ਨਹੀਂ ਕੀਤੀ ਜ਼ਿੰਦਗੀ ਦੇ ਵਿੱਚ, ਸਿਰਫ ਖਾ ਪੀ ਕੇ ਤੇ ਮਰ ਗਏ। ਤਾਮਸਿਕ ਬਿਰਤੀ। ਫਿਰ ਇੱਕ ਹੁੰਦੀ ਹੈ ਸਾਤਵਿਕ ਬਿਰਤੀ। ਇਹਨਾਂ ਦੋਵਾਂ ਨਾਲੋਂ ਥੋੜ੍ਹੀ ਜਿਹੀ ਉੱਤੇ ਹੁੰਦੀ ਹੈ ਪਰ ਖਤਰਨਾਕ ਹੁੰਦੀ ਹੈ। ਇਹ ਸਾਤਵਿਕ ਬਿਰਤੀ ਵਾਲੇ ਲੋਕ ਤੁਹਾਨੂੰ ਧਾਰਮਿਕ ਨਜ਼ਰ ਆਉਣਗੇ, ਪਰ ਇਹਨਾਂ ਦੇ ਅੰਦਰ ਖਾਹਿਸ਼ ਬੜੀ ਪ੍ਰਬਲ ਹੁੰਦੀ ਹੈ। ਇਹਨਾਂ ਦੇ ਅੰਦਰ ਇਹ ਖਾਹਿਸ਼ ਹੁੰਦੀ ਹੈ ਵੀ ਧਾਰਮਿਕ ਕਰਮ ਕਰੀਏ ਅਤੇ ਇਹਨਾਂ ਕਰਮਾਂ ਦੇ ਬਦਲੇ ਦੇ ਵਿੱਚ ਸਾਨੂੰ ਸਵਰਗ ਮਿਲ ਜਾਵੇ, ਇਹਨਾਂ ਕਰਮਾਂ ਦੇ ਬਦਲੇ ਦੇ ਵਿੱਚ ਸਾਡੀ ਲੋਕ ਸ਼ੋਭਾ ਕਰਨ। ਮਹਾਰਾਜ ਉਹਨੂੰ ਇੱਦਾਂ ਕਹਿੰਦੇ ਨੇ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ। ਆਹ ਕਹਿੰਦੇ ਵੀ ਕਿੱਡਾ ਵਧੀਆ ਕੰਮ ਹੈ ਨਾ। ਇੱਕ ਤਾਂ ਮਹਾਰਾਜ ਦੇ ਕੋਲ ਥੋੜ੍ਹੇ ਚੀਜ਼ਾਂ ਦਾ ਮੱਥਾ ਟੇਕਿਆ। ਇਹ ਸਾਰੀਆਂ ਗੱਲਾਂ ਤੁਹਾਡੇ ਲਈ ਨਹੀਂ ਹੁੰਦੀਆਂ, ਬਾਕੀ ਦੁਨੀਆ ਲਈ ਵੀ ਹੁੰਦੀਆਂ ਜੇ ਇਹਨੂੰ ਆਪਣੇ 'ਤੇ ਨਾ ਕਿਤੇ ਸਮਝ ਲੈਣਾ। ਮੈਂ ਇਸ ਕਰਕੇ ਕਹਿਣਾ ਹੁੰਦਾ ਕਿਉਂਕਿ ਤੁਸੀਂ ਬੈਠਦੇ ਜੇ ਰੋਜ਼ ਅਤੇ ਫਿਰ ਤੁਹਾਨੂੰ ਤਾਂ ਸੁਣਾਉਣੀਆਂ ਹੀ ਨੇ, ਬਾਕੀ ਜਿਹੜਾ ਸੁਣੇ ਉਹ ਵੱਖਰੀ ਗੱਲ। ਹੁਣ ਸਤਿਗੁਰੂ ਕਹਿੰਦੇ ਕਿੱਡਾ ਸੌਖਾ ਕੰਮ ਹੈ ਨਾ ਵੀ ਬੰਦਾ ਥੋੜ੍ਹੇ ਜਿਹੇ ਪੈਸੇ ਰੱਖੇ ਅਤੇ ਦੁਨੀਆ ਕੀ ਕਹੇਗੀ। ਇਹ ਬੰਦਾ ਤਾਂ ਹਰ ਸਾਲ ਪਰਚੀ ਕਟਾਉਂਦਾ ਜੀ ਇੰਨੇ ਦੀ।
तो इन्ना नहीं पता भी उन्हें दी पर्ची कटा के 10 गुणा वध मंगता पिया भी महाराज ऐरकी एक कंबल तेरे ते चढ़ाया, इन्नी किरपा करी भी अगले साल 100 कंबल मेरे कोल आ जाण। ਉਹਦਾ तो वधिया सर गया, नाले एक कंबल चढ़ाता, 100 ਉਹਨੂੰ मिल भी गए, 100 मंग भी लए, नाले लोगों 'ਚ प्रशंसा वाधू दी भी ये बंदा तो बड़े कमाल की सेवा करदा। सतियां मन संतोख उपजैना, ਇਹਨੂੰ ਕਹਿੰਦੇ सात्विक बिरती, ਜਿਹਦੇ ਵਿੱਚ ਧਾਰਮਿਕ ਕਰਮ ਤਾਂ ਕਰਦੇ ਹਾਂ ਪਰ ਧਾਰਮਿਕ ਕਰਮ ਕਰਕੇ ਵੀ ਸਾਡੇ ਅੰਦਰ ਇੱਕ ਭੁੱਖ ਰਹਿੰਦੀ ਹੈ ਵੀ ਹਾਂ ਦੁਨੀਆ ਦੇ ਵਿੱਚ ਥੋੜ੍ਹਾ ਜਿਹਾ ਮਾਣ, ਇਹਦੇ ਬਦਲੇ ਦੇ ਵਿੱਚ ਕੁਝ ਨਾ ਕੁਝ ਮਿਲਦਾ ਰਹੇ। ਸਤਿਗੁਰੂ ਕਹਿੰਦੇ ਦੁਨੀਆ ਸੁੱਤੀ ਪਈ ਹੈ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ, ਇਹਨਾਂ ਤਿੰਨਾਂ ਹਾਲਤਾਂ ਦੇ ਵਿੱਚ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਮੈਂ ਇੱਕ ਪੰਕਤੀ ਹੋਰ ਆਪ ਜੀ ਦੇ ਅੱਗੇ ਰੱਖ ਦੇਵਾਂ। ਹਜ਼ੂਰ ਕਹਿੰਦੇ ਜੋਗੀ ਗ੍ਰਹੀ ਪੰਡਿਤ ਭੇਖ ਧਾਰੀ, ਇਹ ਸੂਤੇ ਆਪਣੇ ਅਹੰਕਾਰੀ। ਸੌਣ ਦਾ ਮਤਲਬ ਸਿਰਫ ਅੱਖਾਂ ਮੀਟਣਾ ਨਹੀਂ ਹੁੰਦਾ ਵੀ ਅਸੀਂ ਬੈੱਡ ਦੇ ਉੱਤੇ ਪਏ ਹਾਂ ਅਤੇ ਤਾਂ ਹੀ ਸੁੱਤੇ ਹਾਂ। ਸੌਣ ਦਾ ਮਤਲਬ ਹੁੰਦਾ ਅਸੀਂ ਜੋ ਕਰਦੇ ਪਏ ਹਾਂ ਨਾ ਬਸ ਮਸਤ ਹਾਂ ਉਸੇ ਚੀਜ਼ ਦੇ ਵਿੱਚ। ਸਾਨੂੰ ਕੋਈ ਆ ਕੇ ਹਿਲਾਉਂਦਾ ਵੀ ਹੈ ਵੀ ਭਾਈ ਆਦਤ ਛੱਡ ਦੇ, ਅਸੀਂ ਮਸਤ ਹੋ ਕੇ ਤੁਰੇ ਫਿਰਦੇ, ਅਸੀਂ ਮੰਨਦੇ ਹੀ ਨਹੀਂ ਕਿਸੇ। ਸਾਨੂੰ ਕੋਈ ਕਹਿੰਦਾ ਵੀ ਆਪਣਾ ਸੁਭਾਅ ਬਦਲ ਲਾ, ਅਸੀਂ ਇੰਨੇ ਨਸ਼ੇ ਦੇ ਵਿੱਚ ਤੁਰੇ ਫਿਰਦੇ ਹਾਂ ਜਿੱਦਾਂ ਨਸ਼ੇੜੀ ਨੂੰ ਰਸਤਾ ਨਹੀਂ ਨਾ ਛੇਤੀ ਲੱਭਦਾ। ਅਸੀਂ ਐਡੇ ਮਸਤ ਹੋ ਕੇ ਤੁਰੇ ਫਿਰਦੇ ਪਏ ਹਾਂ ਜ਼ਿੰਦਗੀ ਦੇ ਵਿੱਚ ਵੀ ਜੇ ਸਾਨੂੰ ਕੋਈ ਬਦਲਣ ਦੀ ਕੋਸ਼ਿਸ਼ ਕਰੇ ਅਸੀਂ ਕਿਤੇ ਬਦਲਦੇ ਹਾਂ, ਅਸੀਂ ਉਹੀ ਚੱਲੀ ਜਾ ਰਹੇ ਹਾਂ। ਮਹਾਰਾਜ ਕਹਿੰਦੇ ਨੇ ਭਾਵੇਂ ਕੋਈ ਜੋਗੀ ਹੈ ਅਤੇ ਭਾਵੇਂ ਕੋਈ ਪੰਡਤ ਹੈ, ਸਾਡੇ ਵਰਗੇ ਵੀ ਕੋਈ ਗ੍ਰਸਤੀ ਹੈ ਅਤੇ ਭਾਵੇਂ ਕੋਈ ਭੇਖ ਕਰਨ ਵਾਲਾ ਹੈ ਵੀ ਕੋਈ ਨਵੇਂ ਪਹਿਰਾਵੇ ਪਾ ਰਿਹਾ। ਇਹ ਸੂਤੇ ਆਪਣੇ ਅਹੰਕਾਰੀ, ਇਹਨਾਂ ਸਾਰਿਆਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਹੰਕਾਰ ਹੈ। ਇਹ ਆਪਣੇ ਹੰਕਾਰ ਦੇ ਵਿੱਚ ਸੁੱਤੇ ਹੋਏ ਨੇ। ਉਹ ਜਿੱਦਾਂ ਇੱਕ ਗੱਲ ਬੋਲੀ ਜਾਂਦੀ ਨਾ ਵੀ ਆਪਣੀ ਈਗੋ ਬਣਾ ਕੇ ਅਸੀਂ ਸਾਰੇ ਚੱਲਦੇ ਪਏ ਹਾਂ। ਕੋਈ ਸਟੂਡੈਂਟ ਹੈ, ਸਟੂਡੈਂਟ ਦੀ ਆਪਣੀ ਈਗੋ ਹੈ। ਧਾਰਮਿਕ ਬੰਦਾ ਹੈ, ਧਾਰਮਿਕ ਬੰਦੇ ਦੀ ਆਪਣੀ ਈਗੋ ਹੈ। ਉਹ ਗਿਆਨੀ ਤਰਜੀਤ ਸਿੰਘ ਇੱਕ ਗੱਲ ਕਰਦੇ ਹੁੰਦੇ ਨੇ, ਤਾਂ ਸਾਡਾ ਸਮਾਂ ਨੇੜੇ ਹੋ ਜਾਵੇਗਾ। ਉਹ ਕਹਿੰਦੇ ਵੀ ਧਾਰਮਿਕ ਬੰਦਿਆਂ ਦੀ ਈਗੋ ਬੜੀ ਖਤਰਨਾਕ ਹੁੰਦੀ ਹੈ। ਜਿੱਦਾਂ ਦੂਸਰੀ ਥਾਂ ਦੇ ਉੱਤੇ ਕੋਈ ਦੂਸਰਾ ਬੰਦਾ ਉਹਦੇ ਕੋਲ ਨਹੀਂ ਨਾ ਜਾਂਦਾ ਵੀ ਉਹ ਪਹਿਲਾਂ ਮੈਨੂੰ ਬੁਲਾਵੇ, ਇੱਦਾਂ ਧਾਰਮਿਕ ਬੰਦਿਆਂ ਦੀ ਈਗੋ ਬੜੀ ਖਤਰਨਾਕ ਹੁੰਦੀ ਹੈ। ਅਤੇ ਕਹਿੰਦੇ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਵੀ ਇੱਦਾਂ ਦਾ ਹੈ ਵੀ ਜਿਹੜਾ ਇੰਨੇ ਵੱਡੇ ਗੁਣਾਂ ਵਾਲਾ ਹੋਣ ਦੇ ਬਾਵਜੂਦ ਵੀ ਇਕੱਲੇ ਭਗਤ ਦੇ ਕੋਲ ਚਲਾ ਜਾਂਦਾ ਵੀ ਆਪਣੀ ਬਾਣੀ ਦੀ ਪੋਥੀ ਮੈਨੂੰ ਦਿਓ, ਮੈਂ ਤੁਹਾਡੇ ਕੋਲੋਂ ਪੋਥੀ ਲੈ ਕੇ ਆਉਣਾ। ਉਹ ਕਹਿੰਦੇ ਇੱਥੇ ਮਾੜਾ ਜਿਹਾ ਸਾਧ ਹੁੰਦਾ ਦੂਸਰੇ ਸਾਧ ਦੇ ਲਾਗੇ ਨਹੀਂ ਜਾਂਦਾ ਵੀ ਲੋਕ ਕੀ ਕਹਿਣਗੇ ਵੀ ਮੈਂ ਇਹਦੇ ਕੋਲ ਚੱਲ ਕੇ ਆਇਆ, ਇਹ ਕਿਉਂ ਨਹੀਂ ਮੇਰੇ ਕੋਲ ਚੱਲ ਕੇ ਆਉਂਦਾ। ਇਹ ਪ੍ਰੋਬਲਮ ਹੈ। ਸਤਿਗੁਰੂ ਇਸ ਗੱਲ ਨੂੰ ਕਹਿ ਰਹੇ ਨੇ ਤਿਹੀ ਗੁਣੀ, ਆਪਣੀ ਦੁਨੀਆ ਦੇ ਵਿੱਚ ਮਸਤ ਹੋ ਕੇ ਅਸੀਂ ਸੁੱਤੇ ਪਏ ਹਾਂ। ਅਸੀਂ ਸੈਟਿਸਫਾਈਡ ਹਾਂ ਉਸ ਲਾਈਫ ਤੋਂ ਵੀ ਹਾਂ ਮੈਂ ਗਲਤ ਹਾਂ ਤਾਂ ਮੈਨੂੰ ਗਲਤੀ ਰਹਿਣ ਦਿਓ। ਇੱਦਾਂ ਦੀ ਗੱਲ ਹੈ ਵੀ ਮੈਂ ਬਿਮਾਰ ਹਾਂ ਤਾਂ ਮੈਨੂੰ ਬਿਮਾਰ ਹੀ ਰਹਿਣ ਦਿਓ, ਮੈਂ ਬੇਹੋਸ਼ ਹਾਂ ਤਾਂ ਮੈਨੂੰ ਬੇਹੋਸ਼ ਹੀ ਰਹਿਣ ਦਿਓ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਸੁੱਤਿਆਂ ਰਾਤ ਨਿਕਲ ਗਈ ਹੈ, ਮਤਲਬ ਜ਼ਿੰਦਗੀ ਨਿਕਲ ਗਈ ਹੈ। ਵੈਸੇ ਰਾਤ ਦਾ ਅਰਥ ਜਦੋਂ ਅਸੀਂ ਸਮਝਦੇ ਹਾਂ ਨਾ, ਅਤੇ ਰਾਤ ਦਾ ਅਰਥ ਕਿਉਂਕਿ ਰਾਤ ਹਨੇਰਾ ਹੁੰਦਾ ਅਤੇ ਹਨੇਰਾ ਕਾਲਾ ਹੁੰਦਾ। ਇਸ ਤਰੀਕੇ ਦੇ ਨਾਲ ਰਹਿਣ ਵਿਹਾਣੀ ਦਾ ਮਤਲਬ ਇਹ ਵੀ ਕੀਤਾ ਜਾਂਦਾ ਵੀ ਜਿਹੜੀ ਆ ਜ਼ਿੰਦਗੀ ਦੀ ਦਾੜੀ ਕਾਲੀ ਸੀ ਨਾ, ਉਦੋਂ ਰਾਤ ਦਾ ਸਮਾਂ ਮੰਨਿਆ ਜਾਂਦਾ। ਘੱਟੋ ਘੱਟ ਉਮਰ ਦਾੜਾ ਚਿੱਟਾ ਹੁੰਦਿਆਂ 40 ਸਾਲ ਤਾਂ ਲੱਗਦੇ ਹੀ ਨੇ ਨਾ। ਚਲੋ ਇੱਥੇ ਤਾਂ ਪੋਲੂਸ਼ਨ ਦੇ ਚੱਕਰ ਹੋਰ ਕੁਝ ਵੀ ਬੜਾ ਹੈ। ਲਗਭਗ 40-45 ਸਾਲ ਮਹਾਰਾਜ ਕਹਿੰਦੇ ਸੁੱਤਿਆਂ ਹੀ ਕੱਢ ਲਏ ਜ਼ਿੰਦਗੀ ਦੇ। 40-45 ਸਾਲ ਪੜ੍ਹ ਕੇ ਵੀ ਸੁੱਤਿਆਂ ਹੀ ਕੱਢ ਲਏ, ਧਾਰਮਿਕ ਕਰਮ ਕਰਕੇ ਫਿਰ ਸੁੱਤੇ ਦੇ ਸੁੱਤੇ ਰਹੇ, ਪੰਡਿਤ ਬਣੇ ਤਾਂ ਵੀ ਸੁੱਤੇ ਰਹੇ। ਜੋ ਵੀ ਕੀਤਾ ਜਾਗੇ ਨਹੀਂ, ਕੰਮ ਸੁੱਤਿਆਂ ਵਾਲੇ ਕੀਤੇ ਨੇ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਫਿਰ ਅਗਲੀ ਗੱਲ ਮਹਾਰਾਜ ਕਹਿੰਦੇ ਨੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ। ਮਹਾਰਾਜ ਕਹਿੰਦੇ ਫਿਰ ਜਾਗਦੇ ਕੌਣ ਨੇ? ਮਤਾਂ ਕਿਤੇ ਸੋਚਿਓ ਵੀ ਜਿੰਨੇ ਲੋਕ ਕਰਮ ਕਾਂਡ ਕਰਦੇ ਨੇ ਇਹ ਜਾਗਦੇ ਹੀ ਨੇ। ਸਤਿਗੁਰੂ ਕਹਿੰਦੇ ਸੁੱਤੇ ਹੀ ਹੁੰਦੇ ਨੇ, ਬਹੁਤੇ ਸੁੱਤੇ ਹੀ ਕਰੀ ਜਾਂਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਗੱਲ ਨੂੰ ਕਹਿ ਕੇ ਗਏ ਨੇ ਕਿ ਨਹੀਂ ਕਹਿ ਕੇ ਗਏ, ਉਹਨਾਂ ਨੂੰ ਪਤਾ ਹੀ ਨਹੀਂ। ਤੁਸੀਂ ਉਹਨਾਂ ਬੰਦਿਆਂ ਨੂੰ ਕੀ ਕਹੋਗੇ ਵੀ ਉਹ ਜਾਗਦੇ ਨੇ ਬੰਦੇ ਜਿਹੜੇ ਗੁਰਬਾਣੀ ਦੇ ਅਰਥ ਆਪਣੇ ਤਰੀਕੇ ਨਾਲ ਕਰਨ ਲੱਗ ਪੈਂਦੇ ਨੇ, ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਕਈ ਕਰਮ ਕਾਂਡ ਕਰੀ ਜਾਂਦੇ ਨੇ। ਤੁਸੀਂ ਉਹਨਾਂ ਨੂੰ ਜਾਗਦੇ ਕਹੋਗੇ? ਸੁੱਤੇ ਪਏ ਨੇ, ਵੱਖਰੀ ਗੱਲ ਹੈ। ਹਜ਼ੂਰ ਕਹਿ ਰਹੇ ਨੇ ਗੁਰ ਕਿਰਪਾ ਤੇ ਸੇ ਜਨ ਜਾਗੇ। ਉਹ ਗੁਰਬਾਣੀ ਸਵਾਉਣ ਦਾ ਕੰਮ ਨਹੀਂ ਕਰਦੀ, ਗੁਰਬਾਣੀ ਜਗਾਉਂਦੀ ਹੈ। ਵੀ ਜੋ ਤੁਸੀਂ 1000 ਸਾਲ ਪਹਿਲਾਂ ਕਰਦੇ ਆਏ ਸੀ ਇਸ ਗੱਲ ਦੇ ਨਾਲ ਮਤਲਬ ਨਹੀਂ ਹੈ। ਹਿੱਲੋ, ਉੱਠੋ ਅਤੇ ਹੁਣ ਵੇਖੋ ਹੁਣ ਤੁਸੀਂ ਕੀ ਕਰਨਾ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਵਸਦਾ ਹੈ। ਬੋਲਣਾ ਹੈ ਅੰਮ੍ਰਿਤ ਬਾਣੀ, ਜਿਹੜੇ ਇਸ ਅੰਮ੍ਰਿਤ ਬਾਣੀ ਨੂੰ ਬੋਲਦੇ ਨੇ ਉਹ ਜਾਗਦੇ ਨੇ। ਇਸ ਗੱਲ ਨੂੰ ਸ਼ਾਇਦ ਤੁਸੀਂ ਸਮਝ ਗਏ ਹੋਵੋਗੇ। ਅਸੀਂ ਜੋ ਕਰਦੇ ਹਾਂ, ਈਵਨ ਕਿ ਇਹ ਵੀ ਹੋ ਸਕਦਾ ਮੈਂ ਕਥਾ ਕਰਦਾ ਪਿਆ ਹੋਵਾਂ ਅਤੇ ਮੈਂ ਸੁੱਤਾ ਹੋਵਾਂ,
ਤੁਹਾਨੂੰ ਨਜ਼ਰ ਨਹੀਂ ਆਵੇਗਾ ਮੈਂ ਸੁੱਤਾ ਹਾਂ, ਪਰ ਮਾਇਆ ਦੇ ਵਿੱਚ ਸੁੱਤਾ ਪਿਆ ਹੈ। ਪੜ੍ਹਨ ਵਾਲਾ ਆਪਣੀ ਪੜ੍ਹਾਈ ਦੇ ਹੰਕਾਰ ਦੇ ਵਿੱਚ, ਜੋਗੀ ਆਪਣੇ ਜੋਗ ਦੇ ਹੰਕਾਰ ਦੇ ਵਿੱਚ, ਹਰ ਕੋਈ ਬੰਦਾ ਚਾਹੁੰਦਾ ਵੀ ਮੈਂ ਹੀ ਇਸ ਦੁਨੀਆ ਦਾ ਬਾਦਸ਼ਾਹ, ਸੁੱਤਾ ਪਿਆ ਹੈ ਆਪਣੇ ਆਪਣੇ ਨਸ਼ੇ ਦੇ ਵਿੱਚ। ਉਹਨੂੰ ਸਤਿਗੁਰੂ ਕਹਿੰਦੇ ਨੇ ਜਿਹੜੇ ਬਾਣੀ ਨੂੰ ਬੋਲਣ ਲੱਗ ਪੈਂਦੇ ਨੇ, ਪੜ੍ਹਨ ਲੱਗ ਪੈਂਦੇ ਨੇ, ਉਹ ਜਾਗ ਪੈਂਦੇ ਨੇ। ਇੱਕ ਉਦਾਹਰਣ ਅਸੀਂ ਹੋਰ ਸਮਝ ਲਈਏ, ਤੁਸੀਂ 2 ਮਿੰਟ ਦਾ ਟਿਕਾ ਬਖਸ਼ਣਾ, ਮੈਂ ਸਮਾਪਤੀ ਕਰ ਦੇਵਾਂਗਾ। ਅਸੀਂ ਇੱਕ ਗੱਲ ਪੜ੍ਹੀ ਵੀ ਮਹਾਰਾਜ ਨੇ ਦੁਨੀ ਚੰਦ ਨੂੰ ਸੂਈ ਦਿੱਤੀ। ਤੁਸੀਂ ਜਾਣਦੇ ਜੇ ਸਾਰੇ ਇਸ ਗੱਲ ਨੂੰ, ਵੀ ਗੁਰੂ ਸਾਹਿਬ ਨੂੰ ਕਹਿੰਦਾ ਵੀ ਮਹਾਰਾਜ ਆ ਵੇਖੋ ਮੇਰੇ ਇੰਨਾ ਕੁਝ ਮੇਰੇ ਘਰ ਦੇ ਵਿੱਚ ਪਿਆ, ਅਤੇ ਮਹਾਰਾਜ ਕਹਿੰਦੇ ਕੋਈ ਨਹੀਂ, ਤੂੰ ਇੱਕ ਸੂਈ ਲੈ ਜਾ, ਤੇਰੇ ਕੋਲ ਆਪਾਂ ਲੈ ਲਾਂਗੇ। ਇਹ ਸਾਰਿਆਂ ਨੇ ਸੁਣੀ ਹੈ ਗੱਲ। ਹੁਣ ਸੂਈ ਦਾ ਮਤਲਬ ਕੀ ਸੀ? ਸੂਈ ਦਾ ਮਤਲਬ ਇਕੱਲਾ ਇਹ ਥੋੜ੍ਹਾ ਸੀ ਵੀ ਤੈਨੂੰ ਸੂਈ ਫੜਾ ਦਿੱਤੀ ਅਤੇ ਗੱਲ ਮੁੱਕ ਗਈ। ਸੂਈ ਦਾ ਮਤਲਬ ਹੁੰਦਾ ਵੀ ਚੁੱਭ ਜਾਣੀ। ਇਹ ਤੈਨੂੰ ਵਾਕਿਆ ਗੱਲ ਦਿਲ 'ਤੇ ਵੀ ਲੱਗੇ ਵੀ ਮੈਂ ਜਿਹੜੀ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹਾਂ, ਅਸਲ ਦੇ ਵਿੱਚ ਇਹ ਸਿਰਫ ਸੂਈ ਨਹੀਂ ਇਹਦਾ ਮਤਲਬ। ਇਹਦੇ ਗੱਲ ਦਾ ਮਤਲਬ ਵੀ ਹੈ ਵੀ ਇਹ ਤੈਨੂੰ ਚੁਭੇ, ਇਹ ਤੈਨੂੰ ਸਮਝ 'ਤੇ ਲੱਗੇ ਵੀ ਕਹਿ ਕੀ ਰਿਹਾ ਹੈ, ਤੈਨੂੰ ਜਾਗ ਆਵੇ। ਬੋਲੇ ਹੈ ਅੰਮ੍ਰਿਤ ਬਾਣੀ ਦਾ ਮਤਲਬ ਹੀ ਇਹ ਹੈ ਕਿ ਬਾਣੀ ਪੜ੍ਹ ਕੇ ਸਾਨੂੰ ਜਾਗ ਆਵੇ, ਅਸੀਂ ਕਰਮ ਕਾਂਡਾਂ ਤੋਂ ਅੱਗੇ ਨਿਕਲੀਏ, ਅਸੀਂ ਕਰਮ ਕਾਂਡਾਂ ਤੱਕ ਹੀ ਨਾ ਸੀਮਤ ਰਹਿ ਜਾਈਏ। ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ, ਦੁਨੀਆ ਆਉਂਦੀ ਹੈ, ਤੁਸੀਂ ਵੀ ਉਹਦੇ ਵਿੱਚ ਹੋਵੋਗੇ, ਅਸੀਂ ਵੀ ਉਹਦੇ ਵਿੱਚ ਹੀ ਆ ਜਾਂਦੇ ਹਾਂ ਸਾਰੇ। ਬਸ ਗੁਰਦੁਆਰੇ ਦੀਆਂ ਫੋਟੋਆਂ ਖਿੱਚ ਕੇ ਲੈ ਜਾਂਦੇ, ਇਹਦੇ ਤੋਂ ਵੱਧ ਕੁਝ ਨਹੀਂ ਜੇ ਕਰਦੇ। ਕਈਆਂ ਦੇ ਤਾਂ ਮੈਂ ਐਡੇ ਮਾੜੇ ਹਾਲ ਵੇਖਦਾ, ਉਹ ਗੁਰਦੁਆਰੇ ਆਉਣ ਤੋਂ ਪਹਿਲਾਂ ਨਾਲ ਹੀ ਸਟੇਟਸ ਪਾ ਦਿੰਦੇ ਵੀ ਗੁਰਦੁਆਰਾ, ਉਹ ਜੋ ਵੀ ਬੋਲਦੇ ਨੇ। ਮਤਲਬ ਉਹਨਾਂ ਨੂੰ ਇਸ ਗੱਲ ਦੀ ਫਿਕਰ ਨਹੀਂ ਵੀ ਅਸੀਂ ਗੁਰਦੁਆਰੇ ਜਾਈਏ, ਉਹਨਾਂ ਨੂੰ ਇਸ ਗੱਲ ਦੀ ਫਿਕਰ ਜ਼ਿਆਦਾ ਵੀ ਸਾਨੂੰ ਵੇਖਣ ਵਾਲੇ ਵੇਖ ਲੈਣ ਵੀ ਅਸੀਂ ਗੁਰਦੁਆਰੇ ਗਏ ਹੋਏ। ਪ੍ਰੋਬਲਮ ਹੈ ਧਾਰਮਿਕ ਦੁਨੀਆ ਦੀ। ਤੁਸੀਂ ਕਿਤੇ ਵੀ ਜਾਓਗੇ ਨਾਲ ਚੱਲੀ ਜਾਂਦਾ ਵੀ ਅਸੀਂ ਉੱਥੇ ਅਤੇ ਅਸੀਂ ਇੱਥੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜ਼ਿੰਦਗੀ ਦੇ ਵਿੱਚ। ਬਾਣੀ ਬੋਲਣੀ ਹੈ, ਬਾਣੀ ਪੜ੍ਹਨੀ ਹੈ, ਬਾਣੀ ਸਮਝਣੀ ਹੈ, ਤਾਂ ਹੀ ਜਾਗ ਆਵੇਗੀ, ਨਹੀਂ ਤਾਂ ਕਰਮਕਾਂਡ ਤਾਂ ਦੁਨੀਆ ਕਰੀ ਜਾਂਦੀ ਹੈ। ਬੋਲੇ ਹੈ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ। ਨਾਨਕ ਆਖਦਾ ਹੈ, ਭਾਵ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਖਦੇ ਹਨ, ਸੋ ਤਤ ਪਾਏ। ਉਹ ਬੰਦਾ ਤਤ ਨੂੰ ਪ੍ਰਾਪਤ ਕਰਦਾ ਹੈ, ਉਹ ਬੰਦਾ ਤਤ ਵਾਲੇ ਪਾਸੇ ਜਾਂਦਾ ਹੈ। ਕੌਣ? ਜਿਸ ਨੂੰ ਅਨ ਦਿਨ ਹਰ ਲਿਵ ਲੱਗ ਗਏ, ਜਿਹਨੂੰ ਦਿਨ ਰਾਤ ਮਾਲਕ ਦੇ ਚਰਨਾਂ ਦਾ ਪਿਆਰ ਮਿਲ ਗਿਆ, ਜਿਹਨੂੰ ਦਿਨ ਰਾਤ ਮਾਲਕ ਦੇ ਚਰਨਾਂ ਦੀ ਲਿਵ ਮਿਲ ਗਈ ਹੈ। ਜਾਗਤ ਰਹਿਣ ਵਿਹਾਣੀ, ਉਹਦੀ ਜ਼ਿੰਦਗੀ ਜਾਗਦਿਆਂ ਬੀਤਦੀ ਹੈ। ਉਹ ਕਰਮ ਕਾਂਡ ਦੇ ਵਿੱਚ ਸੁੱਤਾ ਨਹੀਂ ਹੈ ਵੀ ਜਿਹੜੇ ਪਾਸੇ ਲਾਤਾ ਉਸੇ ਪਾਸੇ ਅੱਖਾਂ ਮੀਟ ਕੇ ਲੱਗ ਗਿਆ, ਨਹੀਂ। ਉਹ ਜਾਗਦੇ ਨੇ, ਉਹ ਕਰਮ ਕਾਂਡਾਂ ਤੋਂ ਉੱਤੇ ਹੋ ਕੇ ਧਾਰਮਿਕ ਜ਼ਿੰਦਗੀ ਨੂੰ ਸਮਝਦੇ ਪਏ ਨੇ। ਉਹ ਬਾਣੀ ਨਾਲ ਜੁੜਦੇ ਨੇ, ਨਾ ਕਿ ਕਰਮ ਕਾਂਡਾਂ ਦੇ ਨਾਲ ਜੁੜਦੇ ਨੇ। ਇਸ ਕਰਕੇ ਸਾਡੇ ਉੱਤੇ ਇਸ ਗੱਲ ਦੀ ਅਸੀਂ ਗੁਰੂ ਸਾਹਿਬ ਦੇ ਕੋਲੋਂ ਮੰਗ ਵੀ ਰੱਖ ਲਈਏ, ਅਰਦਾਸ ਕਰ ਲਈਏ ਵੀ ਮਹਾਰਾਜ ਮੈਂ ਬਾਕੀਆਂ ਵਾਂਗੂ ਸੁੱਤਿਆਂ ਹੀ ਨਾ ਕਿਤੇ ਕਰਮ ਕਰੀ ਜਾਵਾਂ, ਜਿੱਦਾਂ ਬਾਕੀ ਸੌਂ ਕੇ ਕਰ ਦਿੰਦੇ ਨੇ। ਬਾਕੀਆਂ ਵਰਗੀ ਧਾਰਮਿਕਤਾ ਮੇਰੀ ਨਾ ਹੋਵੇ, ਮੇਰੀ ਧਾਰਮਿਕਤਾ ਜਿਹੜੀ ਹੈ ਉਹ ਜਾਗਣ ਵਾਲੀ ਹੋਵੇ। ਵਾਕਿਆ ਹੀ ਮੈਂ ਇਸ ਪਾਸੇ ਤੋਂ ਅਕਲ ਦੇ ਨਾਲ ਧਰਮ ਕਮਾਵਾਂ। ਮਹਾਰਾਜ ਮਿਹਰ ਕਰਨ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।